हाँ जी, सत श्री अकाल प्यारे विद्यार्थियों। प्यारे बच्चों, अज असी 11वीं क्लास के पाठ पुस्तक के अनुसार जो ਤੁਹਾਨੂੰ ਪਰੀ ਕਥਾਵਾਂ ਤੁਹਾਡੇ ਸਿਲੇਬਸ ਦੇ ਵਿੱਚ ਪਾਈਆਂ ਗਈਆਂ ਹਨ, ਆਓ ਅਸੀਂ ਪਰੀ ਕਥਾਵਾਂ ਬਾਰੇ, ਪਰੀ ਕਥਾਵਾਂ ਕੀ ਹੁੰਦੀਆਂ ਹਨ, ਪਰੀ ਕਥਾਵਾਂ ਕਿੰਨੀਆਂ ਕੁ ਪੁਰਾਣੀਆਂ ਹਨ, ਪਰੀ ਕਥਾਵਾਂ ਦੇ ਵਿੱਚ ਕਿਹੜੇ ਵਿਸ਼ੇ ਹੁੰਦੇ ਹਨ ਅਤੇ ਪਰੀ ਕਥਾਵਾਂ ਕਿਵੇਂ ਸਾਨੂੰ ਕੁਝ ਚੰਗਾ ਕਰਨ ਲਈ ਪ੍ਰੇਰਨਾ ਦਿੰਦੀਆਂ ਹਨ। ਆਓ ਜਾਣਕਾਰੀ ਹਾਸਲ ਕਰਦੇ ਹਾਂ ਪਰੀ ਕਥਾਵਾਂ ਬਾਰੇ। ਪਰੀ ਕਥਾਵਾਂ ਲੋਕ ਕਥਾਵਾਂ ਦਾ ਵਿਸ਼ੇਸ਼ ਅੰਗ ਹਨ। ਜਿਹੜੇ ਬਿਰਤਾਂਤ ਪਰੀਆਂ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਪੰਜਾਬੀ ਵਿੱਚ ਪਰੀ ਕਥਾਵਾਂ ਕਿਹਾ ਜਾਂਦਾ ਹੈ। ਪਰੀਆਂ ਦਾ ਭਾਵ ਅਪਸਰਾ, ਜੋ ਦੂਸਰੇ ਦੇਸ਼ ਦੀਆਂ ਹੋਣ, ਪਰਾਲੋਕੀ ਗੱਲਾਂ ਹੋਣ, ਜੋ ਇਸ ਦੁਨੀਆ ਦੇ ਵਿੱਚ, ਇਸ ਸੰਸਾਰ ਦੇ ਵਿੱਚ ਅਸੀਂ ਨਹੀਂ ਕਰ ਸਕਦੇ, ਪਰਾਲੋਕ ਨਾਲ ਜੋੜ ਕੇ ਉਹਨਾਂ ਕਹਾਣੀਆਂ ਨੂੰ ਜਦੋਂ ਸਿਰਜਦੇ ਹਾਂ, ਸੋ ਬੇਟਾ ਉਹ ਅੱਗੇ ਜਾ ਕੇ ਫਿਰ ਪਰੀ ਕਥਾਵਾਂ ਬਣ ਜਾਂਦੀਆਂ ਹਨ। ਪੱਛਮੀ ਦੇਸ਼ਾਂ ਵਿੱਚ ਫੇਅਰੀ ਦੀ ਕਲਪਨਾ ਪੁਲਿੰਗ ਰੂਪ ਵਿੱਚ ਕੀਤੀ ਗਈ ਹੈ, ਜਿਵੇਂ ਭੂਤ, ਪ੍ਰੇਤ, ਜਿੰਨ ਆਦਿ। ਪਰ ਭਾਰਤੀ ਲੋਕ ਕਥਾਵਾਂ ਵਿੱਚ ਪਰੀ ਦਾ ਉਪਯੋਗ ਕੇਵਲ ਫੇਅਰੀ ਮਿਸਟਰੈਸ ਵਜੋਂ ਹੀ ਕੀਤਾ ਜਾਂਦਾ ਹੈ। ਹੁਣ ਮਤਲਬ ਜੇ ਅਸੀਂ ਇਹਨਾਂ ਦਾ ਬੇਟਾ ਵਚਨ ਅਤੇ ਲਿੰਗ ਬਦਲਦੇ ਹਾਂ, ਜਿਵੇਂ ਅਸੀਂ ਮੁੰਡੇ ਦਾ ਕੁੜੀ ਬਣਾਉਂਦੇ ਹਾਂ, ਜਾਂ ਅਸੀਂ ਭੂਤ ਦਾ ਉਲਟ ਬਣਦਾ ਪ੍ਰੇਤ, ਅਤੇ ਬਟ ਜਿਹੜਾ ਇੱਥੇ ਬਣਾਇਆ ਗਿਆ ਪਰੀਆਂ ਮਤਲਬ ਕਿ ਪਰਾਲੋਕ ਦੇ ਵਿੱਚ ਇੱਕ ਖੂਬਸੂਰਤ ਔਰਤ ਦੀ ਅਸੀਂ ਜਿਹੜੀ ਕਲਪਨਾ ਕਰਦੇ ਹਾਂ ਉਸ ਨੂੰ ਅਸੀਂ ਪਰੀ ਕਹਾਂਗੇ। ਅਤੇ ਬਹੁਤ ਸਾਰੀਆਂ ਜਿੰਨਾਂ ਅਤੇ ਪ੍ਰੇਤਾਂ ਨਾਲ ਸੰਬੰਧਿਤ ਕਥਾਵਾਂ ਵੀ ਮਿਲਦੀਆਂ ਨੇ, ਉਹ ਇਹਦਾ ਓਪੋਜਿਟ ਬਣ ਜਾਂਦਾ, ਇਹਦੇ ਉਲਟ। ਜਿਹੜੀ ਪਰੀ ਆ ਇਹਦੇ ਵਿੱਚ ਵਿਸ਼ੇਸ਼ ਗੁਣ ਹੁੰਦੇ ਨੇ ਵੀ ਇਹ ਖੂਬਸੂਰਤ ਹੁੰਦੀਆਂ ਨੇ, ਸੋਹਣੀਆਂ ਹੁੰਦੀਆਂ ਨੇ, ਇਹਨਾਂ ਕੋਲ ਜਾਦੂਈ ਸ਼ਕਤੀ ਹੁੰਦੀ ਆ। ਬਟ ਜਿਹੜਾ ਇਸ ਚੀਜ਼ ਦੇ ਉਲਟ ਬਣਦਾ ਪ੍ਰੇਤ, ਜਿਹੜਾ ਡਰਾਵਣੇ ਰੂਪ ਦੇ ਵਿੱਚ ਅਸੀਂ ਬਹੁਤ ਸਾਰੇ ਕਰੈਕਟਰ ਦੇ ਵਿੱਚ ਜਿਹੜੀ ਆ ਪ੍ਰੇਤ ਆਤਮਾਵਾਂ ਨੂੰ ਜਿਹੜਾ ਦੇਖਿਆ ਸੁਣਿਆ ਹੋਊਗਾ ਕਿ ਉਹ ਬੜੀਆਂ ਡਰਾਵਣੀਆਂ ਹੁੰਦੀਆਂ ਨੇ। ਬਟ ਇਹਦੇ ਜੇ ਕੰਪੈਰੇਟਿਵ ਸੋਚਿਆ ਜਾਵੇ, ਪਰੀਆਂ ਨੇ ਜਿਹੜੀਆਂ ਉਹ ਬਹੁਤ ਖੂਬਸੂਰਤ, ਅਤੇ ਉਹਨਾਂ ਦੇ ਖੰਭ ਹੁੰਦੇ ਨੇ, ਉਹ ਉੱਡ ਸਕਦੀਆਂ ਨੇ, ਉਹਨਾਂ ਕੋਲ ਜਾਦੂ ਦੀ ਛੜੀ ਹੁੰਦੀ ਆ, ਉਹ ਰੂਪ ਬਦਲ ਸਕਦੀਆਂ ਨੇ। ਸੋ ਆਓ ਪਰਿਕਲਪਨਾ ਦੇ ਵਿੱਚ ਜਿਹੜੀ ਪਰੀ ਆ, ਪਰੀ ਕਥਾਵਾਂ ਕਿਵੇਂ ਸਾਡੇ ਫਿੱਟ ਹੋਈਆਂ ਨੇ, ਜਾਂ ਤੁਸੀਂ ਸੁਣੀਆਂ, ਅਸੀਂ ਸੁਣੀਆਂ, ਜਾਂ ਭਵਿੱਖ ਦੇ ਵਿੱਚ ਜਿਹੜੀਆਂ ਅਸੀਂ ਪਰੀ ਕਥਾਵਾਂ ਪੜ੍ਹਦੇ ਸੁਣਦੇ ਹਾਂ ਉਹਨਾਂ ਦੇ ਵਿਸ਼ੇ ਕਿਹੋ ਜਿਹੇ ਹਨ, ਆਓ ਇਹਨੂੰ ਹੋਰ ਜਾਣਕਾਰੀ ਨੂੰ ਵਧਾਉਂਦੇ ਹਾਂ। ਪਰੀ ਦਾ ਭਾਰਤੀ ਜਾਂ ਪੰਜਾਬੀ ਸੰਕਲਪ ਅਜਿਹੀ ਅਮਾਨਵੀ ਯੁਵਤੀ ਤੋਂ ਹੈ ਜਿਹੜੀ ਆਕਾਸ਼ ਵਿੱਚ ਜਾਂ ਦੂਰ ਪਹਾੜ ਵਿੱਚ ਨਿਵਾਸ ਕਰਦੀ ਹੈ ਅਤੇ ਆਪਣੀ ਅਲੌਕਿਕ ਸੁੰਦਰਤਾ ਕਾਰਨ ਮੋਹਿਤ ਕਰ ਲੈਣ ਦੀ ਸ਼ਕਤੀ ਰੱਖਦੀ ਹੈ। ਪਰਾਂ ਤੋਂ ਬਗੈਰ ਕਿਸੇ ਵੀ ਪਰੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਪਰਾਂ ਵਾਲੀ, ਇਹਨਾਂ ਵਿੱਚ ਇੱਕ ਸ਼ਹਿਜ਼ਾਦਾ ਅਤੇ ਪਰੀ ਹੰਸ ਉੱਤੇ ਬੈਠ ਕੇ ਪਹਾੜਾਂ, ਦਰਿਆਵਾਂ ਅਤੇ ਸਮੁੰਦਰਾਂ ਨੂੰ ਪਾਰ ਕਰ ਜਾਂਦੇ ਹਨ। ਇਸੇ ਤਰ੍ਹਾਂ ਪਰੀ ਰੂਪ ਵਟਾ ਕੇ ਰੁੱਖ ਜਾਂ ਫੁੱਲ ਬਣ ਜਾਂਦੀ ਹੈ। ਕਿਸੇ ਕਹਾਣੀ ਵਿੱਚ ਕਿਸੇ ਮਨਾਹੀ ਵਾਲੀ ਥਾਂ ਉਲੰਘਣ ਕਰਕੇ ਬੰਦੇ ਪੱਥਰ ਬਣ ਜਾਂਦੇ ਹਨ। ਕਿਤੇ ਸੋਨੇ ਦੀ ਚਿੜੀ ਬੋਲਣ ਲੱਗਦੀ ਹੈ, ਤੋਤਾ ਮੈਨਾ ਮਿੱਤਰਾਂ ਅਤੇ ਸਹੇਲੀਆਂ ਵਾਂਗ ਗੱਲਾਂ ਕਰਦੇ ਹੋਏ ਅਨੋਖਾ ਰੰਗ ਬੰਨ੍ਹਦੇ ਹਨ। ਸੋ ਇਹ ਕਹਾਣੀਆਂ ਦੇ ਵਿੱਚ ਬੇਟਾ ਇਸ ਤਰ੍ਹਾਂ ਦਾ ਜਿਹੜਾ ਬੋਲਬਾਲਾ ਹੁੰਦਾ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਹਨ। ਇਹਨਾਂ ਵਿੱਚ ਅਤੀ ਅੰਤ ਕਹਾਣੀ ਰਸ ਹੁੰਦਾ ਹੈ ਅਤੇ ਇਹਨਾਂ ਦਾ ਮੁੱਖ ਉਦੇਸ਼ ਮਨੋਰੰਜਨ ਕਰਨਾ ਹੈ। ਵਿਦਵਾਨਾਂ ਨੂੰ ਇਹਨਾਂ ਵਿੱਚ ਆਤਮ ਵਿਸ਼ਵਾਸ, ਰਹੁ ਰੀਤਾਂ ਅਤੇ ਅਨੇਕਾਂ ਰੂੜੀਆਂ ਪ੍ਰਕਾਸ਼ਮਾਨ ਹੁੰਦੀਆਂ ਦਿਖਾਈ ਦਿੰਦੀਆਂ ਹਨ। ਪਾਤਰ ਕਿਸੇ ਤਲਾਸ਼ ਵਿੱਚ ਘੁੰਮਦੇ ਹਨ ਅਤੇ ਔਕੜਾਂ ਝਾਕਦੇ ਹਨ। ਅੰਤ ਅਜਿਹਾ ਮੌਕਾ ਮੇਲ ਅਤੇ ਸੰਯੋਗ ਪੈਦਾ ਹੁੰਦਾ ਹੈ ਕਿ ਉਦੇਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹਨਾਂ ਦਾ ਅੰਤ ਸੁਖਾਂਤ ਹੁੰਦਾ ਹੈ। ਇਹਨਾਂ ਵਿੱਚ ਪਹੁੰਚ ਨੂੰ ਹਿੰਮਤ ਅਤੇ ਸਾਹਸ ਨਾਲ ਪ੍ਰਾਪਤ ਕੀਤਾ ਜਾਂਦਾ ਹੈ। ਇਹਨਾਂ ਦੇ ਪਾਤਰ ਬੇਹੱਦ ਸੋਹਣੇ ਅਤੇ ਮੋਹ ਲੈਣ ਵਾਲੇ ਹੁੰਦੇ ਹਨ। ਇਹਨਾਂ ਦੇ ਪਾਤਰ ਪਰੀਆਂ ਅਤੇ ਸ਼ਹਿਜ਼ਾਦੇ ਹੁੰਦੇ ਹਨ। ਇਹ ਕਲਪਿਤ ਅਤੇ ਬੇਹੱਦ ਰੋਮਾਂਟਿਕ ਹੁੰਦੀਆਂ ਹਨ।
ਇਹਨਾਂ ਵਿੱਚ ਅਸੰਭਵ ਘਟਨਾਵਾਂ ਵਾਪਰਦੀਆਂ ਹਨ। ਪੰਜਾਬੀ ਕਥਾਵਾਂ ਵਿੱਚ ਚੋਖੀ ਗਿਣਤੀ ਪਰੀ ਕਥਾਵਾਂ ਦੀ ਹੈ। ਪੰਜਾਬੀ ਦੇ ਪ੍ਰਸਿੱਧ ਕਿੱਸੇ ਸੈਫੁਲ ਮਲੂਕ ਅਤੇ ਸ਼ਾਹ ਬਹਿਰਾਮ ਵੀ ਪਰੀ ਕਥਾਵਾਂ 'ਤੇ ਆਧਾਰਿਤ ਹਨ। ਪੰਜਾਬੀ ਪਰੀ ਕਥਾਵਾਂ ਇੱਕ ਲੰਮੇ ਸੱਭਿਆਚਾਰਕ ਪਿਛੋਕੜ ਦੀਆਂ ਧਾਰਨੀ ਹਨ। ਇਹ ਪ੍ਰਾਚੀਨ ਆਰਿਆਈ ਭਾਰਤੀ ਭਾਸ਼ਾਵਾਂ, ਵੈਦਿਕ ਭਾਸ਼ਾ ਅਤੇ ਸੰਸਕ੍ਰਿਤ ਅਤੇ ਮੱਧਕਾਲ ਦੀਆਂ ਪ੍ਰਕਿਰਤਿਕ ਅਤੇ ਅਪਭ੍ਰੰਸ਼ ਦੀ ਲੋਕ ਪਰੰਪਰਾ ਰਾਹੀਂ ਸਾਡੇ ਤੱਕ ਪੁੱਜੀਆਂ ਹਨ। ਇਹ ਵਿਸ਼ੇਸ਼ ਪ੍ਰਕਾਰ ਦਾ ਗਲਪ ਸਾਹਿਤ ਹੈ ਜਿਸ ਦਾ ਮੂਲ ਮਨੋਰਥ ਦਿਲ ਪਰਚਾਵਾ ਹੈ। ਬੱਚਿਆਂ ਦੇ ਮਨਾਂ ਅੰਦਰ ਇਹਨਾਂ ਕਥਾਵਾਂ ਦੀ ਖਾਸ ਖਿੱਚ ਹੈ। ਉਤਸੁਕਤਾ ਭਰਪੂਰ ਘਟਨਾਵਾਂ, ਆਪ ਮੁਹਾਰੀ ਕਲਪਨਾ ਅਤੇ ਗੁੰਦਵੇਂ ਪਲਾਟ ਇਹਨਾਂ ਕਹਾਣੀਆਂ ਦੇ ਵਿਸ਼ੇਸ਼ ਲੱਛਣ ਹਨ। ਇਹਨਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਖੁਸ਼ਬੂ ਅਨੁਭਵ ਕੀਤੀ ਜਾ ਸਕਦੀ ਹੈ। ਇਹ ਬਹੁਤ ਕਰਕੇ ਮੌਖਿਕ ਰੂਪ ਵਿੱਚ ਮਿਲਦੀਆਂ ਹਨ, ਜਿਸ ਕਰਕੇ ਇੱਕ ਕਹਾਣੀ ਦੇ ਕਈ ਰੂਪਾਂਤਰਣ ਪ੍ਰਾਪਤ ਹੁੰਦੇ ਹਨ। ਸੋ ਬੇਟਾ ਜਿਹੜੀਆਂ ਕਹਾਣੀਆਂ ਨੇ ਇਹਨਾਂ ਦੇ ਵਿੱਚ ਜਾਦੂ, ਜਿੰਨ, ਭੂਤ, ਪਰੀਆਂ, ਲੋਕ ਪਰਲੋਕ ਦੀ ਗੱਲ ਹੁੰਦੀ ਹੈ ਅਤੇ ਇਹ ਸਾਡੇ ਅੰਦਰ ਕਲਪਨਾ ਸ਼ਕਤੀ ਨੂੰ ਪੈਦਾ ਕਰਦੀਆਂ ਹਨ। ਅਸੀਂ ਕਲਪਨਿਤ ਦੁਨੀਆ ਦੇ ਵਿੱਚ ਚਲੇ ਜਾਂਦੇ ਹਾਂ ਜਦੋਂ ਇਹਨਾਂ ਕਹਾਣੀਆਂ ਨੂੰ ਸੁਣਦੇ ਹਾਂ। ਅਤੇ ਇਹ ਜਿਹੜੀਆਂ ਕਹਾਣੀਆਂ ਨੇ ਇਹ ਰੂਪਾਂਤਰਣ ਇਹਦਾ ਰੂਪ ਮਿਲਦਾ। ਇੱਕ ਕਹਾਣੀ ਤੁਹਾਨੂੰ ਕਿਸੇ ਬਜ਼ੁਰਗ ਨੇ ਸੁਣਾਈ, ਉਹਦੇ ਵਿੱਚ ਕਰੈਕਟਰ ਹੋਰ ਤਰ੍ਹਾਂ ਲਏ, ਉਹਦੇ ਵਿੱਚ ਥੋੜ੍ਹਾ ਫੇਰ ਬਦਲ ਹੋਈ। ਉਹ ਕਹਾਣੀ ਤੁਸੀਂ ਸੁਣ ਕੇ ਆਪਣੇ ਸ਼ਬਦਾਂ 'ਚ ਅੱਗੇ ਜਦੋਂ ਅਸੀਂ ਸੁਣਾਉਂਦੇ ਹਾਂ ਉਹਦੇ ਵਿੱਚ ਕੁਝ ਫੇਰ ਬਦਲ ਹੋ ਜਾਂਦੀ ਆ। ਸੋ ਇਸ ਤਰ੍ਹਾਂ ਜਿਹੜੀਆਂ ਸਾਡੇ ਨਾਨੀਆਂ, ਦਾਦੀਆਂ, ਦਾਦੇ ਸਾਨੂੰ ਕਹਾਣੀਆਂ ਸੁਣਾਇਆ ਕਰਦੇ ਸੀ, ਉਹਨਾਂ ਦੇ ਰੂਪ ਉਹਨਾਂ ਦੇ ਬੋਲਣ ਦੇ ਹਿਸਾਬ ਨਾਲ ਸੀ। ਸੋ ਜਿਵੇਂ ਤੁਸੀਂ ਕਹਾਣੀ ਉੱਪਰ ਪੜ੍ਹੀ ਹੈ ਜਾਂ ਅੱਗੇ ਆਪਾਂ ਕਹਾਣੀਆਂ ਨੂੰ ਤੁਹਾਡੇ ਨਾਲ ਕੁਝ ਦੋ ਸਾਂਝੀਆਂ ਕਰਾਂਗੇ। ਇਹਨਾਂ ਦੇ ਵਿੱਚ ਜਿਹੜੀ ਇਹ ਹੈ ਕਿਤਾਬੀ ਭਾਸ਼ਾ, ਜਿਹਦੇ ਵਿੱਚ ਬੜੇ ਸ਼ਬਦਾਂ ਨੂੰ ਤੋਰ ਮਾਪ ਕੇ ਲਿਖਿਆ ਗਿਆ ਅਤੇ ਉਚਾਰਨ ਦੇ ਵਿੱਚ ਇਸ ਚੀਜ਼ ਦਾ ਜਿਹੜਾ ਅਸੀਂ ਤੁਹਾਡੇ ਅੱਗੇ ਪ੍ਰਸਤੁਤ ਕਰਦੇ ਹਾਂ ਕਹਾਣੀ, ਉਹਦੇ ਵਿੱਚ ਕਈ ਵਾਰ ਅਸੀਂ ਕਿਤਾਬੀ ਭਾਸ਼ਾ ਦੇ ਵਿੱਚ ਜਦੋਂ ਕਹਾਣੀ ਸੁਣਾਉਂਦੇ ਹਾਂ ਉਹਦੇ ਵਿੱਚ ਰਸ ਕਈ ਥਾਵਾਂ 'ਤੇ ਬਣ ਵੀ ਜਾਂਦਾ ਅਤੇ ਕਈ ਥਾਵਾਂ 'ਤੇ ਰਸ ਨਹੀਂ ਬਣਦਾ। ਸੋ ਜਿਹੜੀਆਂ ਇਹ ਪਰੀ ਕਥਾਵਾਂ ਹੁੰਦੀਆਂ ਨੇ ਬੇਟਾ, ਇਹਨਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੂੰ ਰਲ ਗੱਡ ਕਰਕੇ ਜਿਹੜੇ ਸਾਡੇ ਸਿਆਣੇ ਬਜ਼ੁਰਗ ਸੀਗੇ ਉਹ ਸਾਨੂੰ ਸਮਝਾਇਆ ਕਰਦੇ ਸੀ। ਆਓ ਪਰੀ ਕਹਾਣੀਆਂ ਬਾਰੇ ਪ੍ਰਸ਼ਨ ਉੱਤਰ ਨੇ ਜਿਹੜੇ ਵੈਰੀ ਸ਼ਾਰਟ, ਉਹਨਾਂ ਬਾਰੇ ਵਿਚਾਰ ਕਰਦੇ ਹਾਂ। ਪਰੀ ਕਹਾਣੀਆਂ ਕਿਹਨਾਂ ਬਾਰੇ ਹੁੰਦੀਆਂ ਹਨ? ਉੱਤਰ ਹੈ ਸਹਿਜਾਦਿਆਂ ਅਤੇ ਪਰੀਆਂ ਬਾਰੇ। ਹੁਣ ਪਰੀ ਦਾ ਜਿਹੜਾ ਲਿੰਗ ਬਦਲਾਂਗੇ ਉਹ ਕਿਹੜੇ ਰੂਪ 'ਚ ਆਊਗਾ? ਸਹਿਜਾਦੇ ਦੇ ਵਿੱਚ। ਹੁਣ ਜਿਹੜੀ ਪਰੀ ਇਹਦੇ ਵਿੱਚ ਗੁਣ ਹੁੰਦੇ ਨੇ, ਜੇ ਸਹਿਜਾਦੇ ਦੇ ਉਲਟ ਅਸੀਂ ਬਣਾਵਾਂਗੇ ਇਹਦੇ ਭੂਤ ਪ੍ਰੇਤਾਂ ਤੋਂ ਅਲੱਗ ਵਿਸ਼ਾ ਬਣਦਾ ਬੇਟਾ। ਪਰੀ ਦਾ ਉਲਟ ਸਹਿਜਾਦਾ, ਜਿਵੇਂ ਰਾਜਕੁਮਾਰੀ ਦਾ ਉਲਟ ਰਾਜਕੁਮਾਰ। ਇਸ ਤਰ੍ਹਾਂ ਪਰਿਲੋਕ ਦੇ ਵਿੱਚ ਜਿਹੜੀਆਂ ਪਰੀਆਂ ਰਹਿੰਦੀਆਂ ਨੇ ਉਹਨਾਂ ਦੇ ਜਿਹੜੇ ਪਤੀ ਨੇ ਉਹ ਸਹਿਜਾਦੇ ਹੁੰਦੇ ਨੇ। ਅੱਗੇ ਪ੍ਰਸ਼ਨ ਨੰਬਰ 2, ਪਰੀ ਕਹਾਣੀਆਂ ਵਿੱਚ ਕਿਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹਨ? ਕਾਲਪਨਿਕ ਅਤੇ ਅਸੰਭਵ। ਅਸੀਂ ਉਹਨੂੰ ਕਾਲਪਨਿਕ ਕਰਦੇ ਵੀ ਐਂ ਹੋਇਆ ਅਤੇ ਉੱਥੇ ਰੁੱਖ ਬੋਲ ਪਿਆ, ਪਹਾੜੀ ਵਿੱਚੋਂ ਆਵਾਜ਼ ਆਈ, ਫੁੱਲ ਬੋਲਣ ਲੱਗ ਪਏ, ਖੂਹ ਦੇ ਵਿੱਚੋਂ ਆਵਾਜ਼ ਆਈ, ਨਦੀ ਐਵੇਂ ਬੋਲਣ ਲੱਗ ਪਈ। ਮਤਲਬ ਕਿ ਕਾਲਪਨਿਕ ਗੱਲਾਂ ਹੁੰਦੀਆਂ ਨੇ। ਅਸੰਭਵ ਜਿਹੜੀਆਂ ਸੰਭਵ ਨਹੀਂ ਹੁੰਦੀਆਂ, ਇਸ ਤਰ੍ਹਾਂ ਦੇ ਇਹਦੇ ਵਿੱਚ ਬੇਟਾ ਜਿਹੜੀਆਂ ਗੱਲਾਂ ਹੁੰਦੀਆਂ ਨੇ, ਜਿਵੇਂ ਕਿ ਰਾਜਕੁਮਾਰ ਅਤੇ ਸਹਿਜਾਦਾ ਅਤੇ ਸਹਿਜਾਦੀ ਹੰਸ ਦੇ ਫੰਗਾਂ 'ਤੇ ਬੈਠ ਕੇ ਇੱਕ ਦੇਸ਼ 'ਚੋਂ ਦੂਏ ਦੇਸ਼ 'ਚ ਚਲੇ ਗਏ। ਹੁਣ ਦੱਸੋ ਬੇਟਾ, ਜੇ ਅਸੀਂ ਅਸਲ ਦੇ ਵਿੱਚ ਉਹਨੂੰ ਦੇਖੀਏ ਹੰਸ ਨੂੰ, ਤਾਂ ਉਹ ਬੜਾ ਛੋਟਾ ਜਿਹਾ ਪੰਛੀ ਹੈ ਜਿਹੜਾ ਤੁਸੀਂ ਦੇਖਦੇ ਵੀ ਹਾਂ, ਬਟ ਇਹਦੇ ਵਿੱਚ ਅਸੰਭਵ ਚੀਜ਼ਾਂ ਨੇ ਜਿਹੜੀਆਂ ਉਹ ਪੇਸ਼ ਕੀਤੀਆਂ ਗਈਆਂ ਨੇ। ਕਾਲਪਨਿਕ ਗੱਲਾਂ ਬਹੁਤ ਸਾਰੀਆਂ ਇਹਦੇ ਵਿੱਚ ਪੇਸ਼ ਹੁੰਦੀਆਂ ਨੇ। ਕਿੰਨਾ ਕਹਾਣੀਆਂ ਵਿੱਚ ਅਨੂਠਾ ਅਤੇ ਅਲੌਕਿਕ ਰੰਗ ਹੁੰਦਾ ਹੈ? ਅਲੌਕਿਕ ਜਿਵੇਂ ਅਸੀਂ ਕਲਪਨਾ ਕਰੀਏ ਵੀ ਇਹ ਰੱਬ ਦੀ ਕੋਈ ਗੱਲ ਆ, ਵੀ ਰੱਬ ਦੀ ਸ਼ਕਤੀ ਆ। ਜਦੋਂ ਇਹ ਕਹਾਣੀਆਂ ਨੂੰ ਪੜ੍ਹਦੇ ਹਾਂ ਬੇਟਾ, ਉੱਥੇ ਤੁਹਾਨੂੰ ਲੱਗਦਾ ਕਿ ਰੱਬ, ਸ਼ਕਤੀ, ਪਾਵਰ, ਮਨੁੱਖ, ਦੁਨੀਆਦਾਰੀ ਤੋਂ ਬਹੁਤ ਪਰੇ ਦੀਆਂ ਗੱਲਾਂ ਤੁਸੀਂ ਕਾਲਪਨਿਕ ਕਰਨ ਲੱਗ ਜਾਂਦੇ ਆ, ਜੋ ਇਸ ਦੁਨੀਆ 'ਚ ਨਹੀਂ ਹੁੰਦੀਆਂ। ਕਿਸੇ ਹੋਰ ਦੁਨੀਆ ਦੀਆਂ ਗੱਲਾਂ ਅਸੀਂ ਸੋਚਣ ਲੱਗ ਜਾਂਦੇ ਜਦੋਂ ਇਹ ਪਰੀ ਕਥਾਵਾਂ ਸੁਣਦੇ ਜਾਂ ਪੜ੍ਹਦੇ ਹਾਂ। ਪਰੀ ਕਥਾਵਾਂ ਕਹਾਣੀ ਦੇ ਵਿੱਚ ਅਲੌਕਿਕ ਰੰਗਾਂ ਦੀ ਗੱਲ ਹੁੰਦੀ ਹੈ। ਪਰੀ ਕਹਾਣੀਆਂ ਵਿੱਚ ਅੰਤ ਕਿਹੋ ਜਿਹਾ ਹੁੰਦਾ ਹੈ? ਵੀ ਕਹਾਣੀ ਦਾ ਅੰਤ ਕੀ ਹੁੰਦਾ? ਉਹਦੇ 'ਚ ਵਿਛੜ ਜਾਂਦੇ ਨੇ, ਜਿਵੇਂ ਅਸੀਂ ਕਈ ਪ੍ਰੀਤ ਕਹਾਣੀਆਂ ਦੇ ਵਿੱਚ। ਬਟ ਜਿਹੜੀ ਪਰੀ ਕਹਾਣੀਆਂ ਨੇ ਬੇਟੇ, ਇਹਦੇ ਵਿੱਚ ਸੁਖਾਂਤ ਹੁੰਦਾ, ਐਂਡ ਦੇ ਉੱਪਰ ਮਿਲ ਜਾਂਦੇ ਨੇ, ਖੁਸ਼ੀ ਹੁੰਦੀ ਹੈ, ਐਂਡ ਦੇ ਵਿੱਚ ਕਿਸੇ ਚੀਜ਼ ਦੀ ਪ੍ਰਾਪਤੀ ਹੁੰਦੀ ਹੈ। ਪੰਜਾਬੀ
ਪਰੀ ਕਹਾਣੀਆਂ ਵਿੱਚ ਕਿਹੜੇ ਸੱਭਿਆਚਾਰ ਦੀ ਖੁਸ਼ਬੂ ਅਨੁਭਵ ਕੀਤੀ ਜਾ ਸਕਦੀ ਹੈ? ਪੰਜਾਬੀ ਸੱਭਿਆਚਾਰ ਦੀ। ਪਰੀ ਕਹਾਣੀਆਂ ਵਿੱਚ ਲੋੜੇ ਦਾ ਹੁੰਦਾ ਹੈ ਕਿ ਕਹਾਣੀ ਰਸ, ਜਿਵੇਂ ਆਪਾਂ ਕਹਾਣੀ ਪਾਉਂਦੇ ਹਾਂ ਇਸੇ ਤਰ੍ਹਾਂ ਇਹ ਪਰੀ ਕਥਾ ਦੇ ਵਿੱਚ ਰਸ ਹੁੰਦਾ ਹੈ। ਸੁਣਦੇ ਜਾਂਦੇ ਹਾਂ ਅਸੀਂ, ਹੁੰਗਾਰਾ ਭਰਦੇ ਹਾਂ, ਹੂੰ ਕਰਦੇ ਹਾਂ, ਇਹ ਕਥਾ ਅੱਗੇ ਚੱਲਦੀ ਜਾਂਦੀ ਆ। ਕਿਹੜੀਆਂ ਕਹਾਣੀਆਂ ਦੇ ਪਾਤਰ ਤਲਾਸ਼ ਵਿੱਚ ਤੁਰਦੇ ਹਨ? ਪਰੀ ਕਹਾਣੀਆਂ ਦੇ ਪਾਤਰ ਵੀ ਉਹ ਉਸ ਖੂਬਸੂਰਤ ਰਾਜਕੁਮਾਰੀ ਦੀ ਤਲਾਸ਼ ਵਿੱਚ ਨਿਕਲ ਜਾਂਦਾ ਹੈ। ਰਸਤੇ ਦੇ ਵਿੱਚ ਉਹਨੂੰ ਜਿੰਨ, ਭੂਤ, ਪ੍ਰੇਤ, ਸੱਪ, ਸ਼ੇਰ, ਬਘਿਆੜ ਮਿਲਦੇ ਹਨ। ਮਤਲਬ ਇਹ ਸਾਰੀਆਂ ਕਲਪਨਾ ਨੇ, ਇਹਦੇ ਵਿੱਚ ਕੁਝ ਨਾ ਕੁਝ ਖੋਜਣ ਤੁਰਦਾ ਬੰਦਾ ਘਰੋਂ। ਪਿਛਲੇ ਕੁਝ ਸਮੇਂ ਤੱਕ ਪਰੀ ਕਹਾਣੀਆਂ ਸਨ ਮੌਖਿਕ ਸਾਹਿਤ, ਇਹਨਾਂ ਨੂੰ ਸਿਰਫ ਬੋਲ ਕੇ ਹੀ ਪੜ੍ਹਾਇਆ ਜਾਂ ਸੁਣਾਇਆ ਜਾਂਦਾ ਸੀ। ਬਟ ਅੱਜ ਇਹ ਕਿਹੜੀਆਂ ਬਣ ਗਈਆਂ? ਲਿਖਤੀ ਸਾਹਿਤ ਬਣ ਗਿਆ, ਜਿਵੇਂ ਕਿ ਅਸੀਂ ਪੜ੍ਹਦੇ ਸੁਣਦੇ ਹਾਂ। ਅੱਗੇ ਹੈਗਾ 9 ਨੰਬਰ ਪ੍ਰਸ਼ਨ, ਉਤਸੁਕਤਾ ਭਰਪੂਰ ਘਟਨਾਵਾਂ, ਆਪ ਮੁਹਾਰੀ ਕਲਪਨਾ ਅਤੇ ਗੁੰਦਵੇਂ ਪਲਾਟ ਕਿੰਨਾਂ ਕਹਾਣੀਆਂ ਦੇ ਵਿਸ਼ੇਸ਼ ਗੁਣ ਹਨ? ਉੱਤਰ ਹੈ ਪਰੀ ਕਹਾਣੀਆਂ ਦੇ। ਇਹਦੇ ਵਿੱਚ ਜਿਹੜਾ ਵਿਸ਼ਾ ਹੁੰਦਾ ਬੇਟਾ, ਉਹਦੇ 'ਚੋਂ ਵੀ ਸਾਨੂੰ ਕੁਛ ਨਾ ਕੁਛ ਜ਼ਰੂਰ ਜਿਹੜੀ ਜਾਣਕਾਰੀ ਮਿਲਦੀ ਆ। ਇਹਦੇ ਵਿੱਚ ਜਿਹੜੇ ਪਾਤਰ ਨੇ ਬੜੇ ਵਧੀਆ ਢੰਗ ਨਾਲ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਨੇ, ਅਤੇ ਜਿਹੜਾ ਆਖਰ ਕਹਾਣੀ ਦਾ ਐਂਡ ਹੁੰਦਾ ਉਹ ਸਾਰੇ ਪਾਤਰ ਤੁਹਾਨੂੰ ਮਿਲੇ ਜੁਲੇ ਲੱਗਦੇ ਨੇ ਕਿ ਬੜਾ ਵਧੀਆ ਸਿਸਟੇਮੈਟਿਕਲ ਢੰਗ ਨਾਲ ਇਹ ਜਿਹੜੀਆਂ ਕਹਾਣੀਆਂ ਪਹਿਲਾਂ ਪਾਈਆਂ ਅਤੇ ਸੁਣਾਈਆਂ ਜਾਂਦੀਆਂ ਸੀ। ਪੰਜਾਬੀ ਦੇ ਪ੍ਰਸਿੱਧ ਕਿੱਸੇ ਸੈਫੁਲ ਮਲੂਕ ਅਤੇ ਸ਼ਾਹ ਬਹਿਰਾਮ ਕਿਸ 'ਤੇ ਆਧਾਰਿਤ ਹਨ? ਪਰੀ ਕਥਾਵਾਂ 'ਤੇ ਆਧਾਰਿਤ ਹਨ ਇਹ ਕਿੱਸੇ। ਸੋ ਆਓ ਬੇਟਾ, ਜਿਹੜੀ ਤੁਹਾਡੀ ਪਾਠ ਪੁਸਤਕ ਦੇ ਵਿੱਚ ਪਰੀ ਕਥਾ ਦਿੱਤੀ ਗਈ ਆ ਨੀਲ ਕੰਵਲ। ਹੁਣ ਇਹ ਕੰਵਲ ਲਿਖਿਆ ਹੋਇਆ, ਕਈ ਵਾਰ ਅਸੀਂ ਨੀਲ ਕਮਲੇ ਬੋਲਦੇ ਹਾਂ, ਨੀਲ ਕਮਲ ਤੁਸੀਂ ਕਈ ਥਾਵਾਂ 'ਤੇ ਸੁਣਿਆ ਹੋਊਗਾ। ਜਿਵੇਂ ਅਸੀਂ ਉੱਪਰ ਗੱਲ ਕਰੀਏ ਕਿ ਇਹ ਬਿਰਤਾਂਤਿਕ ਤੌਰ 'ਤੇ ਹੁੰਦੀ ਆ, ਬੋਲ ਕੇ ਸੁਣਾਈ ਜਾਂਦੀ ਹੈ, ਅਤੇ ਕਈ ਵਾਰ ਉਚਾਰਨ ਦੇ ਤੌਰ 'ਤੇ ਇਹਨਾਂ ਦੇ ਵਿੱਚ ਕੁਝ ਥਾਵਾਂ ਦੇ, ਕੁਝ ਚੀਜ਼ਾਂ ਦੇ ਨਾਮ ਭਾਸ਼ਾਈ ਖੇਤਰ ਦੇ ਮੁਤਾਬਕ ਉਹਨਾਂ 'ਚ ਬਹੁਤ ਸਾਰੀ ਤਬਦੀਲੀ ਵੀ ਆਉਂਦੀ ਆ। ਹੁਣ ਅਸੀਂ ਜਿਹੜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ, ਪਰੀ ਕਥਾ ਸਾਂਝੀ ਕਰਨ ਲੱਗੇ ਹਾਂ, ਇਸ ਦਾ ਨਾਮ ਹੈ ਨੀਲ ਕੰਵਲ। ਇੱਕ ਸ਼ਹਿਰ ਵਿੱਚ ਰਹਿੰਦਾ ਇੱਕ ਸੁਦਾਗਰ ਜਦੋਂ ਵਪਾਰ ਲਈ ਘਰੋਂ ਤੁਰਨ ਲੱਗਾ, ਦੇਖੋ ਖੋਜ ਕਰ ਰਿਹਾ, ਉਹ ਕਿਤੇ ਚੱਲ ਪਿਆ ਘਰੋਂ, ਤਾਂ ਉਸ ਦੀ ਪਤਨੀ ਨੇ ਪੁੱਛਿਆ ਕਿ ਉਸ ਦੇ ਘਰੋਂ ਜਾਣ ਪਿੱਛੋਂ ਉਸ ਨੂੰ ਉਸ ਦੀ ਸੁੱਖ ਸਾਂਦ ਦਾ ਪਤਾ ਕਿਵੇਂ ਲੱਗੇਗਾ? ਕਈ ਹੁਣ ਤੁਸੀਂ ਜਾ ਰਹੇ ਹੋ, ਮੈਨੂੰ ਜੇ ਤੁਹਾਡੀ ਸੁੱਖ ਸਾਂਦ ਦਾ ਪਤਾ ਕਰਨਾ ਹੋਵੇ ਮੈਂ ਕਿਵੇਂ ਗੱਲ ਕਰੂੰ? ਅੱਜ ਦਾ ਸਮਾਂ ਨਹੀਂ ਸੀ ਕਿ ਮੋਬਾਈਲ ਫੋਨ, ਚਿੱਠੀਆਂ ਸੀ ਉਦੋਂ। ਸੁਦਾਗਰ ਨੇ ਉਸ ਨੂੰ ਇੱਕ ਚਮਕਦੀ ਛੁਰੀ ਦੇ ਕੇ ਕਿਹਾ ਕਿ ਜਦੋਂ ਇਹ ਇੰਜ ਚਮਕਦੀ ਰਹੇ ਉਹ ਉਸ ਨੂੰ ਠੀਕ ਸਮਝੇ। ਦੂਸਰੀ ਗੱਲ, ਜਦੋਂ ਕਾਲੀ ਪੈ ਜਾਵੇ ਉਹ ਸਮਝ ਲਵੇ ਉਹ ਬਿਮਾਰ ਹੈ, ਅਤੇ ਜਦੋਂ ਉਸ ਉੱਪਰ ਲਹੂ ਸਿਮ ਆਵੇ ਤਾਂ ਉਹ ਉਸ ਨੂੰ ਮਰਿਆ ਸਮਝੇ। ਇਹ ਅਸੰਭਵ ਗੱਲਾਂ ਨੇ ਬੇਟਾ। ਬਟ ਹੁਣ ਤੁਸੀਂ ਪੁੱਛੋਗੇ ਵੀ ਸਰ ਸੂਰੀ ਦੇ ਵਿੱਚੋਂ ਖੂਨ ਕਿੱਥੋਂ ਆਊ? ਬਟ ਇਹਨਾਂ ਕਹਾਣੀਆਂ ਦੇ ਵਿੱਚ ਇਹ ਚੀਜ਼ਾਂ ਸਭ ਪੋਸੀਬਲ ਹੁੰਦੀਆਂ ਨੇ ਵੀ ਹੁੰਦਾ ਹੈ ਇੱਦਾਂ। ਸੁਦਾਗਰ ਦੁਆਰਾ ਪਤਨੀ ਨੂੰ ਉਸ ਦੀ ਸੁੱਖ ਸਾਂਦ ਦਾ ਚਿੰਨ੍ਹ ਪੁੱਛੇ ਜਾਣ 'ਤੇ ਉਸ ਨੇ ਤਲਾ ਵਿੱਚੋਂ ਨੀਲ ਕੰਵਲ ਦਾ ਫੁੱਲ ਤੋੜ ਕੇ ਇੱਕ ਕੁੱਜੇ ਵਿੱਚ ਪਾ ਕੇ ਦਿੰਦਿਆਂ ਉਸ ਨੂੰ ਕਿਹਾ ਕਿ ਜਦੋਂ ਤੱਕ ਉਹ ਖਿੜਿਆ ਰਹੇ ਉਹ ਉਸ ਨੂੰ ਰਾਜੀ ਖੁਸ਼ੀ ਸਮਝੇ, ਪਰ ਜਦੋਂ ਉਹ ਮੁਰਝਾ ਜਾਵੇ ਤਾਂ ਉਸ ਨੂੰ ਮੁਸੀਬਤ ਵਿੱਚ ਸਮਝੇ। ਹੁਣ ਉਹਦੀ ਪਤਨੀ ਨੇ ਵੀ ਆਪਣੇ ਸੁੱਖ ਸਾਂਦ ਦੱਸਣ ਦਾ ਉਹਨੂੰ ਇੱਕ ਮਤਲਬ ਵੇ ਦੱਸਤਾ ਵੀ ਤੁਸੀਂ, ਮੈਂ ਫੁੱਲ ਨੂੰ ਦੇਖ ਕੇ ਕਲਪਨਾ ਕਰਨੀ ਹੈ ਨੀਲ ਕੰਵਲ ਦੇ ਫੁੱਲ ਨੂੰ, ਵੀ ਜੇ ਮੁਰਝਾ ਗਿਆ ਤਾਂ ਮੈਂ ਮੁਸੀਬਤ ਸਮਝ ਲਿਓ। ਸੁਦਾਗਰ ਵਪਾਰ ਲਈ ਹੀਰੇ ਮੋਤੀ ਆਦਿ ਲੈ ਕੇ ਜਦੋਂ ਦੂਜੇ ਦੇਸ਼ ਦੇ ਰਾਜੇ ਕੋਲ ਪੁੱਜਾ, ਹੁਣ ਹੀਰੇ ਮੋਤੀਆਂ ਦਾ ਵਪਾਰੀ ਸੀਗਾ ਸੁਦਾਗਰ, ਦੂਏ ਦੇਸ਼ ਦੇ ਰਾਜੇ ਕੋਲ ਪਹੁੰਚਾ। ਹੀਰੇ ਮੋਤੀ ਦੇਖਦੇ ਰਾਜੇ ਨੂੰ ਕੁੱਜੇ ਵਿੱਚ ਪਾਣੀ ਤੋਂ ਬਿਨਾਂ ਤਾਜ਼ੇ ਪਏ ਕੰਵਲ ਫੁੱਲ ਨੂੰ ਵੇਖ ਕੇ ਹੈਰਾਨੀ ਹੋਈ। ਹੁਣ ਰਾਜਾ ਕਹਿੰਦਾ ਇਹ ਫੁੱਲ ਬੜਾ ਵਧੀਆ, ਵੀ ਕਿਵੇਂ ਪਿਆ ਤੇਰੇ ਕੋਲ ਐਵੇਂ ਹੀ ਪਾਣੀ ਤੋਂ ਬਿਨਾਂ? ਜਦੋਂ ਉਸ ਨੂੰ ਪੁੱਛਣ 'ਤੇ ਸੁਦਾਗਰ ਨੇ ਉਸ ਦੀ ਖਾਸੀਅਤ ਅਤੇ ਆਪਣੀ ਪਤਨੀ ਦੇ ਪ੍ਰੇਮ ਬਾਰੇ ਦੱਸਿਆ ਤਾਂ ਰਾਜੇ ਦੇ ਮਨ ਵਿੱਚ ਉਸ ਸੁੰਦਰ ਅਤੇ ਗੁਣਵਾਨ ਇਸਤਰੀ ਨੂੰ ਵੇਖਣ ਦੀ ਇੱਛਾ ਪੈਦਾ ਹੋ ਗਈ। ਜਦੋਂ ਰਾਜੇ ਨੇ ਵਜ਼ੀਰਾਂ ਨੂੰ ਆਪਣੀ ਇੱਛਾ ਪੂਰੀ ਕਰਨ ਲਈ ਕਿਹਾ ਤਾਂ ਵਜ਼ੀਰ ਨੇ ਇੱਕ ਸੁਦਾਗਰ ਨੂੰ ਹੋਰ 6 ਮਹੀਨੇ ਆਪਣੇ ਰਾਜ ਵਿੱਚ ਰਹਿਣ ਲਈ ਮਜਬੂਰ ਕਰ ਲਿਆ, ਅਤੇ ਦੂਸਰੇ ਉਸ ਦੇ 2 ਫਫੇ ਕੁੱਟਣੀਆਂ ਤੇ ਦੇ ਜਿੰਮੇ ਸੁਦਾਗਰ ਦੀ ਪਤਨੀ ਨੂੰ ਰਾਜੇ ਕੋਲ ਲਿਆਉਣ ਦਾ ਕੰਮ ਲਾਇਆ। ਹੁਣ ਜਿਹੜੇ ਬੇਟਾ ਉਸ ਟਾਈਮ ਵਜ਼ੀਰ ਹੁੰਦੇ ਸੀ ਉਹਨੂੰ ਕਹਿੰਦੇ ਵੀ 6 ਮਹੀਨੇ ਤੂੰ ਸੁਦਾਗਰ ਸਾਡੇ ਕੋਲ ਹੀ ਰੁਕਣਾ।
ਤੇ ਉਹਨੇ ਫੱਫੇ ਕੁੱਟਣੇ ਹੁੰਦੇ ਸੀ ਜਿਹੜੀਆਂ ਭੇਸ ਪਲਟਾ ਕੇ ਦੂਸਰੇ ਬੰਦੇ ਨੂੰ ਉੱਲੂ ਬਣਾ ਕੇ ਆਪਣੇ ਨਾਲ ਲੈ ਜਾਂਦੀਆਂ ਜਾਂ ਕਿਤੋਂ ਵੀ ਲੈ ਆਉਂਦੀਆਂ। ਹੁਣ ਰਾਜੇ ਦੇ ਮਨ 'ਚ ਇੱਛਾ ਆਈ ਵੀ ਇਹ ਵਿਅਕਤੀ ਦੀ ਜਿਹੜੀ ਦੱਸ ਰਿਹਾ ਕਿ ਫੁੱਲ ਖਿੜਿਆ ਹੋਇਆ ਇੱਟ ਮੰਜੇ ਦੀ ਜਿਹੜੀ ਪਤਨੀ ਆ ਬੜੀ ਖੂਬਸੂਰਤ ਹੋਊਗੀ, ਬੁੱਧੀਮਾਨ ਹੋਊਗੀ, ਕਿਉਂ ਨਾ ਇਸ ਦੀ ਪਤਨੀ ਨੂੰ ਇੱਥੇ ਬਹਾਨੇ ਨਾਲ ਬੁਲਾਇਆ ਜਾਵੇ ਅਤੇ ਉਹਦੇ ਦਰਸ਼ਨ ਕੀਤੇ ਜਾਣ। ਜਾਂ ਰਾਜਾ ਕਹਿੰਦਾ ਹੋਊਗਾ ਕਿ ਮੈਂ ਹੋ ਸਕਦਾ ਇਹਦੇ ਨਾਲ ਵਿਆਹ ਹੀ ਕਰਵਾ ਲਾਂ। ਅਸੰਭਵ ਕੰਮ ਕਰਨ ਵਿੱਚ ਮਾਹਰ, ਸਮਝਣ ਵਾਲੀਆਂ ਉਹ ਫੱਫੇ ਕੁੱਟਣੀਆਂ। ਜਿਹੜਾ ਕੰਮ ਕਹਿੰਦੇ ਕਿਸੇ ਤੋਂ ਵੀ ਨਹੀਂ ਹੁੰਦਾ ਉਹ ਫੱਫੇ ਕੁੱਟਣੀਆਂ ਕਰ ਲੈਂਦੀਆਂ ਸੀ। ਜਦੋਂ ਸੁਦਾਗਰ ਦੇ ਘਰ ਪਹੁੰਚੀਆਂ ਤਾਂ ਇੱਕ ਨੇ ਸੁਦਾਗਰ ਦੀ ਪਤਨੀ ਨੂੰ ਦੱਸਿਆ ਕਿ ਉਹ ਉਸ ਦੀ ਨਾਨੀ ਦੀ ਭੈਣ ਹੈ ਅਤੇ ਨਾਲ ਦੀ ਫੱਫੇ ਕੁੱਟਣੀ ਨੂੰ ਉਸਨੇ ਆਪਣੀ ਗੁਆਂਢਣ ਦੱਸਿਆ। ਹੁਣ ਜਾ ਕੇ ਸੁਦਾਗਰ ਦੀ ਪਤਨੀ ਨੂੰ ਉਹ ਫੱਫੇ ਕੁੱਟਣੀਆਂ ਕਹਿੰਦੀਆਂ ਭਾਈ ਮੈਂ ਤੇਰੀ ਨਾਨੀ ਦੀ ਭੈਣ ਆ ਅਤੇ ਇਹ ਮੇਰੀ ਸਹੇਲੀ ਆ। ਉਹ ਸੋਚ ਰਿਹਾ ਵੀ ਮੇਰੀ ਨਾਨੀ ਦੀ ਭੈਣ ਆ। ਹੁਣ ਇੱਥੇ ਕਨਫਿਊਜ਼ ਹੋ ਗਈ ਉਹਦਾ ਮਨ ਭਰਮਾ ਲਿਆ ਕਿ ਇਹਨੂੰ ਪਤਾ ਨਾ ਲੱਗੇ। ਸੁਦਾਗਰ ਦੀ ਸਿਆਣੀ ਪਤਨੀ ਨੇ, ਹੁਣ ਜਿਹੜੀ ਪਤਨੀ ਆ ਬਹੁਤ ਬੁੱਧੀਮਾਨ ਆ ਬੇਟਾ, ਇੱਥੇ ਇੰਟੈਲੀਜੈਂਸ ਹੀ ਦੇਖਣੀ ਆ ਕਿ ਜਿਹੜੇ ਪੁਰਾਣੇ ਰਾਜੇ ਜਾਂ ਉਹਨਾਂ ਦੀਆਂ ਸੁਦਾਗਰ ਜਾਂ ਜਿਹੜੇ ਬੰਦੇ ਵਿਅਕਤੀ ਹੁੰਦੇ ਸੀ ਉਹਨਾਂ ਦੀ ਜਿਹੜੀਆਂ ਪਤਨੀਆਂ ਸੀ ਉਹ ਕਿੱਦਾਂ ਬੁੱਧੀਮਾਨ ਹੁੰਦੀਆਂ ਸੀ। ਸੁਦਾਗਰ ਦੀ ਸਿਆਣੀ ਪਤਨੀ ਨੇ ਕਿਹਾ ਕਿ ਉਸ ਨੇ ਉਹਨਾਂ ਨੂੰ ਅੱਗੇ ਕਦੇ ਤਾਂ ਵੇਖਿਆ ਨਹੀਂ। ਤਾਂ ਪਹਿਲੀ ਫੱਫੇ ਕੁੱਟਣੀ ਬੋਲੀ ਕਿ ਉਹ ਉਦੋਂ ਵੀ ਬਹੁਤ ਛੋਟੀ ਸੀ ਜਦੋਂ ਉਹ ਤੀਰਥਾਂ 'ਤੇ ਚਲੀਆਂ ਗਈਆਂ ਸੀ। ਕਹਿੰਦੀ ਤਾਂ ਤੀਰਥਾਂ 'ਤੇ ਬਾਗੇ ਸੀ ਭਾਈ, ਤੂੰ ਛੋਟੀ ਜਿਹੀ ਹੁੰਦੀ ਸੀ ਉਦੋਂ। ਅਤੇ ਉਸਨੇ ਉਸ ਨੂੰ ਉਸ ਦੇ ਠੋਡੀ ਉੱਪਰਲੇ ਤਿਲ ਤੋਂ ਪਛਾਣਿਆ ਹੈ। ਕਹਿੰਦੀ ਮੈਂ ਤੈਨੂੰ ਪਹਿਚਾਣਿਆ, ਤੇਰੇ ਠੋਡੀ 'ਤੇ ਤਿਲ ਹੁੰਦਾ। ਅਤੇ ਸੁਦਾਗਰ ਦੀ ਪਤਨੀ ਦੇਖੋ ਅੱਗੇ ਕੀ ਸੋਚਦੀ ਆ। ਸੁਦਾਗਰ ਦੀ ਪਤਨੀ ਨੂੰ ਯਕੀਨ ਹੋ ਗਿਆ ਕਿ ਇਹ ਦੋਵੇਂ ਔਰਤਾਂ ਝੂਠੀਆਂ ਹਨ, ਕਿਉਂਕਿ ਉਸਨੇ ਉਹ ਤਿਲ ਉਸੇ ਦਿਨ ਸੁਰਮੇ ਨਾਲ ਬਣਾਇਆ ਸੀ, ਮਤਲਬ ਤਾਂ ਨਕਲੀ ਤਿਲ ਸੀ ਉਹਦੇ। ਪਰ ਉਸਨੇ ਹੁਸ਼ਿਆਰੀ ਨਾਲ ਫੱਫੇ ਕੁੱਟਣੀਆਂ ਦੀ ਪ੍ਰਾਹੁਣਚਾਰੀ ਕਰਦਿਆਂ ਉਹਨਾਂ ਨੂੰ ਸਾਗ ਵਿੱਚ ਭੰਗ ਖਵਾ ਦਿੱਤੀ, ਸੁੱਖਾ ਖਵਾਤਾ ਉਹਨਾਂ ਨੂੰ, ਜਿਸ ਦਾ ਨਸ਼ਾ ਚੜ੍ਹਨ 'ਤੇ ਉਹ ਆਪਣੇ ਮੰਤਵ ਬਾਰੇ ਸੱਚ ਬੋਲਣ ਲੱਗੀਆਂ ਅਤੇ ਕਹਿਣ ਲੱਗੀਆਂ ਕਿ ਉਹ ਸੁਦਾਗਰ ਦੀ ਪਤਨੀ ਨੂੰ ਲਿਜਾ ਕੇ ਰਾਜੇ ਤੋਂ ਭਾਰੀ ਇਨਾਮ ਪ੍ਰਾਪਤ ਕਰਨਗੀਆਂ। ਫਿਰ ਜਿਹੜੀ ਉਹਦੀ ਪਤਨੀ ਹੁੰਦੀ ਆ ਨਾ ਬੇਟਾ, ਉਹ ਕਹਿੰਦੀ ਆ, ਉਹਨਾਂ ਨਾਲ ਗੱਲਾਂ ਬਾਤਾਂ ਕਰਦੀ ਆ, ਸੁੱਖਾ ਖਵਾਉਣ ਦੀ। ਉਹ ਕਹਿੰਦੇ ਐਂ ਕਰਕੇ ਅਸੀਂ ਸੁਦਾਗਰ ਦੀ ਪਤਨੀ ਨੂੰ ਲੈਣ ਆਏ ਹਾਂ ਅਤੇ ਫਿਰ ਅਸੀਂ ਬਹੁਤ ਵੱਡਾ ਇਨਾਮ ਪ੍ਰਾਪਤ ਕਰਾਂਗੇ। ਅਤੇ ਉਹ ਕਹਿ ਦਿੰਦੀ ਹੈ ਨਾ ਜਿਹੜੀ ਪਤਨੀ ਹੁੰਦੀ ਆ ਬੇਟਾ, ਕਹਾਣੀ ਜਦੋਂ ਪੜ੍ਹੋਗੇ, ਉਹ ਕਹਿੰਦੀ ਮੈਂ ਤਾਂ ਉਹਦੀ ਨੌਕਰਾਣੀ ਆ, ਮੈਂ ਗੱਲ ਕਰਵਾ ਦੂੰ। ਫਿਰ ਉਹਦੇ ਕੋਲ ਫੁੱਟ ਪੈਂਦੀਆਂ ਨੇ ਵੀ ਅਸੀਂ ਐਂ ਕਰਕੇ ਉਹਨੂੰ ਲੈ ਕੇ ਜਾਣਾ ਇੱਥੋਂ ਅੱਗੇ। ਜਦੋਂ ਉਹ ਨਸ਼ੇ ਵਿੱਚ ਘੂਕ ਸੌ ਗਈਆਂ ਤਾਂ ਸੁਦਾਗਰ ਦੀ ਪਤਨੀ ਨੇ ਉਹਨਾਂ ਨੂੰ ਮੰਜੇ ਨਾਲ ਬੰਨ੍ਹ ਕੇ ਅੰਦਰਲੇ ਕੋਠੇ ਵਿੱਚ ਬੰਦ ਕਰ ਦਿੱਤਾ। ਉਹ ਉਹਨਾਂ ਨੂੰ ਭੰਗ ਦੇ ਪਕੌੜੇ ਖਵਾਉਂਦੀ ਰਹਿੰਦੀ ਅਤੇ ਉਹ ਘੂਕ ਸੁੱਤੀਆਂ ਰਹਿੰਦੀਆਂ। ਫੱਫੇ ਕੁੱਟਣੀਆਂ ਦੇ ਕਈ ਦਿਨ ਵਾਪਸ ਨਾ ਪਰਤਣ 'ਤੇ ਰਾਜੇ ਨੇ ਦੋ ਠੱਗਾਂ ਨੂੰ ਸੁਦਾਗਰ ਦੀ ਪਤਨੀ ਨੂੰ ਲਿਆਉਣ ਦਾ ਕੰਮ ਸੌਂਪਿਆ। ਉਹਨੇ ਸੋਚਿਆ ਫੱਫੇ ਕੁੱਟਣੀਆਂ ਤਾਂ ਆਈਆਂ ਹੀ ਨਹੀਂ ਮੁੜ ਕੇ, ਹੁਣ ਦੋ ਠੱਗ ਭੇਜਤੇ। ਹੁਣ ਜਿਹੜੀ ਪਤਨੀ ਸੀ ਬੇਟਾ ਉਹ ਸਿਆਣੀ ਸੀ ਕਿ ਜਿਹੜਾ ਰਾਜਾ ਉਸ ਜਿੱਥੇ ਮੇਰਾ ਪਤੀ ਗਿਆ ਉਹ ਬੜਾ ਸ਼ਾਤਰ ਆ, ਵੀ ਮੈਨੂੰ ਭੁਲੇਖੇ ਨਾਲ ਉੱਥੇ ਬੁਲਾਉਣਾ ਚਾਹੁੰਦਾ। ਹੁਣ ਉਹ ਅਲਰਟ ਹੋਈ ਆ, ਹੁਣ ਉਹ ਕਿਸੇ 'ਤੇ ਯਕੀਨ ਨਹੀਂ ਕਰੂ, ਕਿਉਂਕਿ ਉਹਨੂੰ ਪਹਿਲਾਂ ਪਤਾ ਲੱਗ ਗਿਆ ਜਿਹੜੀਆਂ ਦੋ ਅੰਦਰ ਬੰਦ ਕਰੀਆਂ ਨੇ ਇਹ ਵੀ ਮੈਨੂੰ ਲੈ ਕੇ ਜਾਣ ਵਾਸਤੇ ਆਈਆਂ ਸੀ। ਫੱਫੇ ਕੁੱਟਣੀਆਂ ਦੇ ਕਈ ਦਿਨ ਵਾਪਸ ਨਾ ਪਰਤਣ 'ਤੇ ਰਾਜੇ ਨੇ ਦੋ ਠੱਗਾਂ ਨੂੰ ਸੁਦਾਗਰ ਦੀ ਪਤਨੀ ਨੂੰ ਲਿਆਉਣ ਦਾ ਕੰਮ ਸੌਂਪਿਆ। ਦੋਹਾਂ ਠੱਗਾਂ ਨੇ ਸੁਦਾਗਰਾਂ ਦੇ ਭੇਸ਼ ਵਿੱਚ ਸੁਦਾਗਰ ਦੀ ਪਤਨੀ ਕੋਲ ਪਹੁੰਚ ਕੇ ਉਸ ਨੂੰ ਦੱਸਿਆ ਕਿ ਉਸ ਦਾ ਪਤੀ ਬਿਮਾਰ ਜਾਂ ਬਿਮਾਰੀ ਕਾਰਨ ਮੰਜੇ ਤੋਂ ਉੱਠ ਨਹੀਂ ਸਕਦਾ, ਪਰ ਉਸ ਨੂੰ ਮਿਲਣ ਲਈ ਤਰ ਰਿਹਾ ਹੈ, ਵੀ ਉਡੀਕ ਕਰ ਰਿਹਾ ਵੀ ਤੁਸੀਂ ਸਾਡੇ ਨਾਲ ਚੱਲੋ। ਸੁਦਾਗਰ ਦੀ ਪਤਨੀ ਨੇ ਅੰਦਰ ਜਾ ਕੇ ਛੁਰੀ ਨੂੰ ਚਮਕਦਿਆਂ ਦੇਖਿਆ ਤਾਂ ਉਹ ਸਮਝ ਗਈ ਕਿ ਦੋਵੇਂ ਬੰਦੇ ਝੂਠੇ ਹਨ। ਉਸਨੇ ਉਹਨਾਂ ਦੀ ਆਓ ਭਗਤ ਕਰਦਿਆਂ ਉਹਨਾਂ ਨੂੰ ਭੰਗ ਦੇ ਪਕੌੜੇ ਖਵਾ ਕੇ ਘੂਕ ਸੁਲਾ ਦਿੱਤਾ ਅਤੇ ਫਿਰ ਉਹਨਾਂ ਨੂੰ ਦੂਸਰੀ ਕੋਠੜੀ ਵਿੱਚ ਡੱਕ ਦਿੱਤਾ। ਹੁਣ ਜਿਹੜੇ ਉਹ ਠੱਗ ਆਏ ਸੀ ਉੱਥੇ ਉਹਨੇ ਛੁਰੀ ਦੇਖੀ ਅਤੇ ਛੁਰੀ ਚਮਕ ਰਹੀ ਸੀ, ਉਹਨੂੰ ਲੱਗਿਆ ਕਿ ਜਿਹੜਾ ਮੇਰਾ ਪਤੀ ਆ ਉਹ ਬਿਲਕੁਲ ਤੰਦਰੁਸਤ ਆ, ਇਹ ਵੀ ਝੂਠੇ ਨੇ। ਕਈ ਦਿਨ ਵਿਅਰਥ ਉਡੀਕ ਕਰਨ ਮਗਰੋਂ ਰਾਜੇ ਨੇ ਵਜ਼ੀਰ ਨਾਲ ਸਲਾਹ ਕੀਤੀ ਅਤੇ ਦੋਵੇਂ ਸੁਦਾਗਰ ਦੇ ਘਰ ਪੁੱਜੇ। ਹੁਣ ਵਜ਼ੀਰ ਅਤੇ ਰਾਜਾ ਕਹਿੰਦਾ ਭਾਈ ਉਹ ਤਾਂ ਮੁੜੇ ਨਹੀਂ, ਆਪਣੇ ਬੁੱਧੀਜੀਵੀ ਲੋਕ ਜਿਹੜੇ ਭੇਜੇ ਸੀ, ਕਿਉਂ ਨਾ ਕਹਿੰਦਾ ਆਪਾਂ ਹੀ ਇੱਥੇ ਪਹੁੰਚ ਜਾਈਏ। ਸੁਦਾਗਰ ਦੀ ਪਤਨੀ ਨੇ ਬੂਹਾ ਖੋਲ੍ਹਿਆ ਅਤੇ ਉਹ ਕਹਿਣ ਲੱਗੇ ਕਿ ਉਹ ਸੁਦਾਗਰ ਦੀ ਪਤਨੀ ਨੂੰ ਮਿਲਣ ਆਏ ਹਨ। ਸੁਦਾਗਰ ਦੀ ਪਤਨੀ ਕਹਿਣ ਲੱਗੀ ਕਿ ਉਹ ਉਸ ਦੀ ਦਾਸੀ ਹੈ। ਹੁਣ ਬੇਟਾ ਦਾਸੀ ਉਹ ਇਹਨਾਂ ਨੂੰ ਕਹਿੰਦੀ ਆ, ਉੱਪਰਲੀ ਆਪਾਂ ਜਿਹੜੇ ਉਹ ਪਹਿਲਾਂ ਜ਼ਿਕਰ ਕਰਿਆ ਸੀ ਵੀ ਉਹ ਫੱਫੇ ਕੁੱਟਣੇ ਨੂੰ ਦਾਸੀ ਦੱਸਦੀ ਆ, ਉਹ ਇਹਨਾਂ ਨੂੰ ਜਿਹੜੇ ਇਹ
ਹੁਣ ਸੁਦਾਗਰ ਦੀ ਪਤਨੀ ਦੇ ਕੋਲ ਉਹਨੂੰ ਠੱਗਣ ਦੇ ਲਈ ਵਜ਼ੀਰ ਤੇ ਰਾਜਾ ਭੇਸ਼ ਵਟਾ ਕੇ ਆਏ ਨੇ। ਉਹ ਕਹਿੰਦੇ ਵੀ ਅਸੀਂ ਸੁਦਾਗਰ ਦੀ ਪਤਨੀ ਨੂੰ ਮਿਲਣਾ। ਕਹਿੰਦੇ ਜੀ ਮੈਂ ਤਾਂ ਉਹਦੀ ਦਾਸੀ ਹਾਂ, ਵੀ ਮੈਂ ਉਹਦੀ ਨੌਕਰਾਣੀ ਹਾਂ। ਉਹ ਬੈਠ ਕੇ ਭੋਜਨ ਛਕਣ, ਫਿਰ ਮਾਲਕਣ ਨੂੰ ਮਿਲ ਲੈਣ। ਕਹਿੰਦੇ ਤੁਸੀਂ ਬੈਠੋ, ਭੋਜਨ ਪਾਣੀ ਛਕੋ, ਫਿਰ ਮੈਂ ਤੁਹਾਨੂੰ ਮਿਲਾ ਦੇਣੀ ਆ। ਕਿਹਨੂੰ ਮਿਲਾ ਦੇਣੀ ਆ? ਸੁਦਾਗਰ ਦੀ ਪਤਨੀ ਨੂੰ। ਇਸ ਪਿੱਛੋਂ ਉਹ ਉਹਨਾਂ ਨੂੰ ਰੋਟੀ ਖਵਾਉਣ ਲੱਗੀ, ਅਤੇ ਜਦੋਂ ਵੀ ਕੋਈ ਚੀਜ਼ ਸਬਜ਼ੀ ਜਾਂ ਰੋਟੀ ਆਦਿ ਲੈ ਕੇ ਆਉਂਦੀ ਤਾਂ ਭੇਸ ਵਟਾ ਕੇ ਆਉਂਦੀ। ਰਾਜੇ ਤੇ ਵਜ਼ੀਰ ਸਮਝਣ ਲੱਗੇ ਕਿ ਸੁਦਾਗਰ ਦੀ ਪਤਨੀ ਦੀਆਂ ਕਈ ਦਾਸੀਆਂ ਨੇ। ਉਹ ਸੂਟ ਬਦਲ ਕੇ ਚੁੰਨੀ ਲੈ ਕੇ ਆ ਜਾਂਦੀ ਜਦੋਂ ਕੋਈ ਹੋਰ ਚੀਜ਼ ਦੇਣ ਆਉਂਦੀ। ਜਦੋਂ ਉਹ ਤੀਜੀ ਵਾਰੀ ਆਈ ਤਾਂ ਵਜ਼ੀਰ ਉਸ ਨੂੰ ਕਹਿਣ ਲੱਗਾ ਕਿ ਤੁਹਾਡੀਆਂ ਸਭ ਦੀਆਂ ਸ਼ਕਲਾਂ ਬਹੁਤ ਮਿਲਦੀਆਂ ਹਨ। ਉਹ ਕਹਿਣ ਲੱਗੀ ਕਿ ਉਹ ਤਿੰਨੇ ਭੈਣਾਂ ਸੁਦਾਗਰ ਦੀ ਪਤਨੀ ਦੀ ਦਾਸੀਆਂ ਹਨ। ਕਹਿੰਦੇ ਅਸੀਂ ਤਿੰਨ ਭੈਣਾਂ ਅਤੇ ਤਿੰਨੇ ਹੀ ਉਰੇ ਨੌਕਰਾਨੀਆਂ ਲੱਗੀਆਂ ਹੋਈਆਂ। ਵਜ਼ੀਰ ਕਹਿਣ ਲੱਗਾ ਕਿ ਜੇਕਰ ਉਹ ਸੁਦਾਗਰ ਦੀ ਪਤਨੀ ਨੂੰ ਰਾਜੇ ਦੇ ਮਹਿਲਾਂ ਵਿੱਚ ਲਿਜਾਣ ਵਿੱਚ ਉਹਨਾਂ ਦੀ ਮਦਦ ਕਰੇ ਤਾਂ ਉਹ ਉਸ ਨੂੰ ਬਹੁਤ ਸਾਰਾ ਇਨਾਮ ਦੇਣਗੇ। ਹੁਣ ਉਹਨਾਂ ਨੂੰ ਕੀ ਪਤਾ ਕਿ ਭੇਸ ਵਟਾ ਕੇ ਆ ਰਹੀ ਹੈ ਤਾਂ ਸੁਦਾਗਰ ਦੀ ਪਤਨੀ ਹੀ ਹੈ। ਉਹਨਾਂ ਨੂੰ ਲੱਗਿਆ ਕਿ ਇਹਦੀਆਂ ਨੌਕਰਾਣੀਆਂ ਨੇ, ਚਲੋ ਆਪਾਂ ਇਹਨਾਂ ਨੂੰ ਲਾਲਚ ਦੇ ਲੈਂਦੇ ਹਾਂ, ਇਹ ਉਹਦੀ ਸੁਦਾਗਰ ਦੀ ਪਤਨੀ ਨੂੰ ਸਾਡੇ ਨਾਲ ਭੇਜਣ ਦੇ ਵਿੱਚ ਹੈਲਪ ਕਰ ਦੇਣਗੀਆਂ। ਸੁਦਾਗਰ ਦੀ ਪਤਨੀ ਨੇ ਕਿਹਾ ਕਿ ਇਹ ਕੰਮ ਮੁਸ਼ਕਲ ਨਹੀਂ, ਪਰ ਉਹ ਇੱਕ ਵੱਡਾ ਸਾਰਾ ਡੋਲਾ ਤਿਆਰ ਕਰਨ ਜਿਸ ਵਿੱਚ ਮਾਲਕਣ ਤੇ ਉਹ ਤਿੰਨੇ ਬੈਠ ਸਕਣ, ਪਰ ਸ਼ਰਤ ਇਹ ਹੋਵੇਗੀ ਕਿ ਉਹ ਮਹਿਲਾਂ ਤੋਂ ਉਰੇ ਰਾਹ ਵਿੱਚ ਨਾ ਡੋਲਾ ਰੋਕਣ ਅਤੇ ਨਾ ਹੀ ਮਾਲਕਣ ਨੂੰ ਬੁਲਾਉਣ। ਕਹਿੰਦੀ ਇਹ ਸ਼ਰਤ ਆ ਵੀ ਤੁਸੀਂ ਇੱਕ ਵੱਡਾ ਡੋਲਾ ਤਿਆਰ ਕਰਾਓ, ਇਹਦੇ ਵਿੱਚ ਅਸੀਂ ਤਿੰਨੇ ਬੈਠ ਜਾਈਏ ਅਤੇ ਸਾਡੀ ਜਿਹੜੀ ਮਾਲਕਣ ਆ ਉਹ ਬੈਠ ਜੂਗੀ, ਅਤੇ ਇੱਕ ਸ਼ਰਤ ਹੋਊਗੀ ਕਿ ਰਾਹ ਦੇ ਵਿੱਚ ਕਿਤੇ ਤੁਸੀਂ ਉਹ ਡੋਲਾ ਨਹੀਂ ਰੋਕਣਾ। ਵਜ਼ੀਰ ਨੇ ਡੋਲਾ ਤਿਆਰ ਕਰ ਲਿਆਂਦਾ। ਸੁਦਾਗਰ ਦੀ ਪਤਨੀ ਨੇ ਡੋਲਾ ਵਿਹੜੇ ਵਿੱਚ ਰਖਾ ਕੇ ਰਾਜੇ ਤੇ ਵਜ਼ੀਰ ਨੂੰ ਬਾਹਰ ਭੇਜ ਦਿੱਤਾ, ਅਤੇ ਅੰਦਰੋਂ ਦੋਹਾਂ ਫਫੇ ਕੁੱਟਣੀਆਂ ਅਤੇ ਦੋਹਾਂ ਠੱਗਾਂ ਨੂੰ ਭੰਗ ਦੇ ਪਕੌੜਿਆਂ ਨਾਲ ਬੇਹੋਸ਼ ਕਰਕੇ ਉਹਨਾਂ ਦੇ ਮੂੰਹ ਸਿਰ ਮੁੰਨ ਕੇ ਕਾਲਖ ਮਲ ਕੇ ਮੂੰਹ 'ਤੇ ਹੱਥ ਪੈਰ ਬੰਨ੍ਹ ਕੇ ਡੋਲੇ ਵਿੱਚ ਸੁੱਟ ਕੇ ਚੰਗੀ ਤਰ੍ਹਾਂ ਬੰਦ ਕਰ ਦਿੱਤਾ। ਮਤਲਬ ਬੇਟਾ ਹੁਣ ਇਹ ਤਿੰਨ ਭੈਣਾਂ ਸੀ, ਚੌਥੀ ਮਾਲਕਿਨ, ਮਤਲਬ ਵੀ ਡੋਲੇ 'ਚ ਕਿੰਨੇ ਬੰਦਿਆਂ ਨੇ ਬੈਠਣਾ ਸੀ? 4 ਨੇ। ਹੁਣ ਉਹਦੇ ਕੋਲ 2 ਫਫੇ ਕੁੱਟਣੀਆਂ ਬੰਨੀਆਂ ਹੋਈਆਂ ਸੀ, 2 ਠੱਗ। ਹੁਣ ਉਹਨਾਂ ਨੂੰ ਪਕੌੜੇ ਖਵਾ ਕੇ ਮੂੰਹ ਸਿਰ ਬੰਨ੍ਹ ਕੇ ਉਸ ਡੋਲੇ ਦੇ ਵਿੱਚ ਉਹਨਾਂ ਨੂੰ ਪਾ ਦਿੱਤਾ। ਫਿਰ ਉਸਨੇ ਬਾਹਰ ਆ ਕੇ ਰਾਜੇ ਤੇ ਵਜ਼ੀਰ ਨੂੰ ਕਿਹਾ ਕਿ ਉਹ ਡੋਲੇ ਵਿੱਚ ਬੈਠਣ ਲੱਗੀਆਂ ਹਨ, ਉਹ ਕਹਾਰ ਮੰਗਵਾ ਕੇ ਡੋਲਾ ਲੈ ਚੱਲਣ। ਕਹਾਰ ਹੁੰਦੇ ਨੇ ਬੇਟਾ ਉਹਨਾਂ ਨੂੰ ਡੋਲੇ ਨੂੰ ਖਿੱਚਣ ਵਾਲੇ, ਚੱਕਣ ਵਾਲੇ। ਜਦੋਂ ਰਾਜਾ ਤੇ ਵਜ਼ੀਰ ਡੋਲਾ ਲੈ ਕੇ ਆਪਣੇ ਮਹਿਲਾਂ ਵਿੱਚ ਪੁੱਜੇ ਤਾਂ ਡੋਲਾ ਖੋਲ੍ਹ ਕੇ ਵੇਖਿਆ ਤਾਂ ਉਹ ਫਫੇ ਕੁੱਟਣੀਆਂ ਅਤੇ ਠੱਗਾਂ ਨੂੰ ਦੇਖ ਕੇ ਹੱਥ ਮਲਦੇ ਰਹਿ ਗਏ। ਉਹ ਹੈਰਾਨ ਰਹਿ ਗਏ ਵੀ ਇਹ 4 ਬੰਦੇ, ਸਾਨੂੰ ਤਾਂ ਸੋਚਿਆ ਸੀ ਉਹ ਨਿਕਲਣਗੇ, ਬਟ ਇਹ ਕੀ ਬਣੀ। ਇਸ ਪਿੱਛੋਂ ਵਜ਼ੀਰ ਨੇ ਰਾਜੇ ਨਾਲ ਸਲਾਹ ਕਰਕੇ ਇੱਕ ਹੋਰ ਚਾਲ ਚੱਲੀ। ਉਸਨੇ ਸੁਦਾਗਰ ਨੂੰ ਕਿਹਾ ਕਿ ਰਾਜਾ ਉਸ ਉੱਪਰ ਬਹੁਤ ਖੁਸ਼ ਹੈ ਅਤੇ ਉਹ ਉਸ ਨੂੰ ਆਪਣਾ ਮੰਤਰੀ ਬਣਾਉਣਾ ਚਾਹੁੰਦਾ ਹੈ, ਜਿਸ ਕਰਕੇ ਉਸ ਨੂੰ ਹੁਣ ਉੱਥੇ ਹੀ ਰਹਿਣਾ ਪਵੇਗਾ ਅਤੇ ਉਹ ਆਪਣੀ ਪਤਨੀ ਨੂੰ ਵੀ ਉੱਥੇ ਲੈ ਆਵੇ। ਸੁਦਾਗਰ ਨੇ ਜਦੋਂ ਘਰ ਆ ਕੇ ਆਪਣੀ ਪਤਨੀ ਨੂੰ ਇਹ ਗੱਲ ਦੱਸੀ ਤਾਂ ਉਸਨੇ ਕਿਹਾ ਕਿ ਇਸ ਵਿੱਚ ਰਾਜੇ ਦੀ ਕੋਈ ਚਾਲ ਹੈ, ਪਰ ਉਸ ਦੇ ਸਿਰ ਉੱਤੇ ਮੰਤਰੀ ਬਣਨ ਦਾ ਭੂਤ ਸਵਾਰ ਸੀ, ਜਿਸ ਕਰਕੇ ਉਸਨੇ ਇੱਕ ਨਾ ਮੰਨੀ ਅਤੇ ਪਤਨੀ ਨੂੰ ਲੈ ਕੇ ਰਾਜੇ ਦੇ ਮਹਿਲਾਂ ਦੇ ਨੇੜੇ ਇੱਕ ਹਵੇਲੀ ਵਿੱਚ ਆ ਗਿਆ। ਕੁਝ ਦਿਨਾਂ ਮਗਰੋਂ ਰਾਜੇ ਦੀ ਇੱਛਾ ਪੂਰੀ ਕਰਨ ਲਈ ਵਜ਼ੀਰ ਨੇ ਸੁਦਾਗਰ ਨੂੰ ਗੱਲ ਦੀ ਸਮਝ ਨਾ ਲੱਗੀ, ਪਰ ਜਦੋਂ ਉਸਨੇ ਆਪਣੀ ਪਤਨੀ ਨਾਲ ਗੱਲ ਕੀਤੀ ਤਾਂ ਉਹ ਰਾਜੇ ਦੀ ਚਾਲ ਸਮਝ ਗਈ। ਉਸਨੇ ਆਪਣੇ ਪਤੀ ਨਾਲ ਮਿਲ ਕੇ ਘਰ ਵਿੱਚ 2 ਟੋਏ ਪੁੱਟੇ, ਇੱਕ ਵਿੱਚ ਗੁੜ ਦਾ ਸੀਰਾ ਭਰ ਦਿੱਤਾ ਅਤੇ ਦੂਜੇ ਵਿੱਚ ਪੰਛੀਆਂ ਦੇ ਖੰਭ। ਫਿਰ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਬਾਹਰ ਜਾ ਕੇ ਸਭ ਨੂੰ ਦੱਸ ਦੇਵੇ ਕਿ ਉਹ ਕੁਝ ਲੈਣ ਲਈ ਕਿਸੇ ਹੋਰ ਦੇਸ਼ ਜਾ ਰਿਹਾ ਹੈ। ਉਂਝ ਉਹ ਦਿਨ ਭਰ ਬਾਹਰ ਜੰਗਲ ਵਿੱਚ ਰਹਿ ਕੇ ਰਾਤੀ ਘਰ ਆ ਕੇ ਸੌਂ ਜਾਇਆ ਕਰੇ। ਕਹਿੰਦੇ ਤੁਸੀਂ ਐਂ ਕਰੋ, ਕਹਿ ਦਿਓ ਵੀ ਮੈਂ ਕਿਸੇ ਦੂਏ ਦੇਸ਼ ਜਾ ਰਿਹਾ। ਹੁਣ ਉਹਨੂੰ ਪਤਾ ਸੀ ਜਿਹੜਾ ਰਾਜਾ ਵੀ ਮੇਰੇ ਨਾਲ ਉਹਦੀ ਜਿਹੜੀ ਮੇਰੇ ਉੱਪਰ ਗਲਤ ਨੀਅਤ ਨਾਲ ਜਿਹੜਾ ਰਾਜਾ ਮੈਨੂੰ ਉਰੇ ਬੁਲਾ ਰਿਹਾ ਸੀ ਵੀ ਕਿਸੇ ਵੀ ਟਾਈਮ ਇਹ
ਮੇਰੇ ਨਾਲ ਛੇੜਛਾੜ ਕਰ ਸਕਦਾ ਜਾਂ ਮੇਰੇ ਨਾਲ ਦੁਰਵਿਵਹਾਰ ਕਰ ਸਕਦਾ। ਪਹਿਲੇ ਹੀ ਦਿਨ ਰਾਜੇ ਨੂੰ ਪਤਾ ਲੱਗ ਗਿਆ ਕਿ ਸੁਦਾਗਰ ਕਿਸੇ ਹੋਰ ਦੇਸ਼ ਨੂੰ ਚਲਾ ਗਿਆ ਹੈ। ਰਾਤ ਨੂੰ ਉਹ ਸੁਦਾਗਰ ਦੇ ਘਰ ਪੁੱਜਾ ਅਤੇ ਉਸ ਦੀ ਪਤਨੀ ਨੂੰ ਕਹਿਣ ਲੱਗਾ ਕਿ ਉਹ ਉਸ ਦੀ ਸੁੱਖ ਸਾਂਦ ਪੁੱਛਣ ਆਇਆ ਹੈ, ਵੀ ਤੇਰਾ ਪਤੀ ਗਿਆ ਹੈ, ਮੈਂ ਤਾਂ ਭਾਈ ਪਤਾ ਪੁੱਛਣ ਆਇਆ ਸੀ, ਤੇਰਾ ਵੀ ਠੀਕ ਠਾਕ ਹੋ। ਸੁਦਾਗਰ ਦੀ ਪਤਨੀ ਨੇ ਉੱਪਰੋਂ ਖੁਸ਼ੀ ਜ਼ਾਹਿਰ ਕੀਤੀ ਅਤੇ ਉਸ ਨੂੰ ਪਾਣੀ ਆਦਿ ਪਿਆਉਣ ਲੱਗੀ। ਇੰਨੇ ਨੂੰ ਸੁਦਾਗਰ ਨੇ ਦਰਵਾਜ਼ਾ ਖੜਕਾ ਕੇ ਕਿਹਾ ਕਿ ਉਹ ਘਰ ਆਪਣੀ ਤਲਵਾਰ ਭੁੱਲ ਗਿਆ ਹੈ, ਇਸ ਕਰਕੇ ਮੁੜ ਆਇਆ ਸੀ। ਹੁਣ ਰਾਜਾ ਕਹਿੰਦਾ ਤੂੰ ਤਾਂ ਵਗ ਗਿਆ ਸੀ, ਕਹਿੰਦਾ ਮੈਂ ਤਲਵਾਰ ਭੁੱਲ ਗਿਆ ਸੀ, ਮੈਂ ਤਾਂ ਉਹ ਲੈਣ ਆਇਆ। ਜਦੋਂ ਸੁਦਾਗਰ ਦੀ ਪਤਨੀ ਬੂਹਾ ਖੋਲ੍ਹਣ ਲੱਗੀ ਤਾਂ ਰਾਜੇ ਨੇ ਕਿਹਾ ਕਿ ਉਹ ਉਸ ਨੂੰ ਕਿਧਰੇ ਲੁਕਾ ਦੇਵੇ, ਨਹੀਂ ਤਾਂ ਉਸ ਦੀ ਬੜੀ ਬਦਨਾਮੀ ਹੋਵੇਗੀ। ਹੁਣ ਉਹ ਡਰ ਰਿਹਾ ਕਿ ਮੈਂ ਜਿਹੜਾ ਸੁਦਾਗਰ ਆ ਉਹਦੀ ਗੈਰ ਹਾਜ਼ਰੀ 'ਚ ਉਹਨਾਂ ਦੇ ਘਰੇ ਰਾਤ ਨੂੰ ਆਇਆ, ਕਹਿੰਦਾ ਮੈਨੂੰ ਕਿਤੇ ਲੁਕਾ ਦੇ ਵੀ ਹੁਣ ਇਹ ਤੇਰਾ ਪਤੀ ਤਾਂ ਵਾਪਸ ਆ ਗਿਆ। ਸੁਦਾਗਰ ਦੀ ਪਤਨੀ ਦੇ ਕਹਿਣ ਉੱਤੇ ਜਦੋਂ ਉਹ ਸੀਰੇ ਵਾਲੇ ਟੋਏ ਵਿੱਚ ਵੜਿਆ ਤਾਂ ਉਸ ਦਾ ਸਰੀਰ ਸੀਰੇ ਨਾਲ ਲਿਬੜ ਗਿਆ, ਮਤਲਬ ਗੁੜ ਨਾਲ, ਚਿਪਚਿਪੇ ਗੁੜ ਨਾਲ ਲਿਬੜ ਗਿਆ। ਜਦੋਂ ਉਹ ਘਬਰਾ ਕੇ ਬਾਹਰ ਨਿਕਲਿਆ ਤਾਂ ਸੁਦਾਗਰ ਦੀ ਪਤਨੀ ਨੇ ਉਸ ਨੂੰ ਖੰਭਾਂ ਵਾਲੇ ਟੋਏ ਵਿੱਚ ਧੱਕਾ ਦਿੱਤਾ ਅਤੇ ਨਾਲ ਹੀ ਦਰਵਾਜ਼ਾ ਖੋਲ੍ਹ ਦਿੱਤਾ। ਉਹ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਉਸ ਨੂੰ ਬਾਹਰ ਜਾਣ ਦੀ ਲੋੜ ਨਹੀਂ ਕਿਉਂਕਿ ਕੁਝ ਫੜ ਲਿਆ ਹੈ। ਉਹ ਕਹਿੰਦੇ ਵੀ ਮੈਂ ਕੁਝ ਫੜ ਲਿਆ ਹੈ। ਦੋਹਾਂ ਨੇ ਰਾਜੇ ਨੂੰ ਖੰਭਾਂ ਵਾਲੇ ਟੋਏ ਵਿੱਚੋਂ ਬਾਹਰ ਕੱਢਿਆ। ਸਰੀਰ ਉੱਪਰ ਬਹੁਤ ਸਾਰੇ ਖੰਭ ਚਿੰਬੜੇ ਹੋਣ ਕਰਕੇ ਰਾਜਾ ਪਛਾਣ ਨਹੀਂ ਸੀ ਹੁੰਦਾ। ਰਾਜਾ ਵੀ ਡਰਦਾ ਮਾਰਿਆ ਨਾ ਬੋਲਿਆ। ਹੁਣ ਬੇਟਾ ਇੱਥੇ ਨਾ ਇੱਕ ਸਵਾਲ ਆਉਂਦਾ ਕਿ ਉਹਦੀ ਪਤਨੀ ਨੇ ਕਿਹਾ ਕਿ ਮੈਂ ਕੁਝ ਫੜ ਲਿਆ ਹੈ। ਹੁਣ ਇੱਥੇ ਜਿਵੇਂ ਸਾਨੂੰ ਜਿਹੜੇ ਸਾਡੇ ਬਜ਼ੁਰਗਾਂ ਨੇ ਕਹਾਣੀ ਸੁਣਾਈ ਸੀ, ਹੁਣ ਰਾਜਾ ਉਹ ਸੁਦਾਗਰ ਨੂੰ ਨਾ ਆਪਣੇ ਦਰਬਾਰ ਦੇ ਵਿੱਚ ਬੁਲਾ ਕੇ ਕਹਿੰਦਾ ਵੀ ਮੈਨੂੰ ਕੁਝ ਚਾਹੀਦਾ, ਇੱਕ ਕੋਈ ਵੀ ਚੀਜ਼ ਕਹਿਤੀ ਵੀ ਉਹਦਾ ਨਾਮ ਆ ਕੁਝ, ਵੀ ਮੈਨੂੰ ਕਿਸੇ ਵੀ ਦੇਸ਼ 'ਚ ਉਹ ਫੜ ਕੇ ਲਿਆ ਕੇ ਦੇ। ਹੁਣ ਜਦ ਕੁਝ ਕੋਈ ਚੀਜ਼ ਹੀ ਨਹੀਂ ਸੀ ਅਤੇ ਸੁਦਾਗਰ ਬੜਾ ਪਰੇਸ਼ਾਨ ਹੋਇਆ, ਆਪਣੀ ਪਤਨੀ ਨਾਲ ਗੱਲ ਕਰੀ ਕਿ ਮੈਂ ਕੁਝ ਕਿੱਥੋਂ ਫੜ ਕੇ ਲਿਆਵਾਂ, ਕੁਝ ਕੀ ਹੁੰਦਾ, ਜਦ ਕਿ ਕੁਛ ਨਹੀਂ ਸੀ ਹੁੰਦਾ। ਰਾਜੇ ਦੀ ਚਾਲ ਸੀ ਕਿ ਸੁਦਾਗਰ ਨੂੰ ਇਹਦੇ ਘਰੋਂ ਜਾਂ ਇੱਥੋਂ ਮੇਰੇ ਰਿਆਸਤ 'ਚੋਂ ਬਾਹਰ ਭੇਜਦਾ। ਤਾਂ ਉਹਦੀ ਪਤਨੀ ਕਹਿੰਦੀ ਕੋਈ ਗੱਲ ਨਹੀਂ, ਆਪਾਂ ਕੁਝ ਫੜਨ ਦੇ ਬਾਰੇ ਇੱਕ ਸਕੀਮ ਬਣਾਉਂਦੇ ਆ। ਆਹ ਸਕੀਮ ਸੀ ਬੇਟਾ ਉਹ। ਫਿਰ ਜੋ ਰਾਜਾ ਨੂੰ ਪਤਾ ਸੀ ਉਹਦੀ ਮਹਾਰਾਣੀ ਨੂੰ, ਉਹ ਮਤਲਬ ਸੁਦਾਗਰ ਦੀ ਪਤਨੀ ਨੂੰ, ਵੀ ਮੇਰੇ ਘਰ ਆਏਗਾ, ਉਸੇ ਦਿਨ ਜਦੋਂ ਉਹ ਚਲਾ ਗਿਆ ਸੁਦਾਗਰ ਨੂੰ ਲੱਗਿਆ ਕਿ ਉਹ ਤਾਂ ਕੁਝ ਲੱਭਣ ਵਗ ਗਿਆ, ਵੀ ਕੁਝ ਹੁੰਦੇ ਹੀ ਨਹੀਂ, ਮਿਲੂਗਾ ਕੀ। ਅਤੇ ਉਹਨੇ ਉਹ ਸਾਰੀ ਚਾਲ ਗੇਮ ਬਣਾਈ ਹੋਈ ਸੀ ਵੀ ਤੂੰ ਇੱਦਾਂ ਕਰਕੇ ਆ ਜਾਈਂ ਅਤੇ ਰਾਜਾ ਆਊ ਜ਼ਰੂਰ। ਉਹ ਆ ਗਿਆ, ਉਹਨੂੰ ਇਹ ਸੀ ਮੇਰੀ ਬੇਇੱਜ਼ਤੀ ਹੁੰਦੀ ਆ, ਅਤੇ ਉਹਨੇ ਸੀਰੇ 'ਚ ਧੱਕਾ ਦਿੱਤਾ, ਗੁੜ 'ਚ ਅਤੇ ਫਿਰ ਖੰਭਾਂ 'ਚ। ਅਤੇ ਜਦੋਂ ਫਿਰ ਉਹਦੀ ਪਤਨੀ ਕਹਿੰਦੀ ਆ ਵੀ ਗੇਟ ਖੋਲ੍ਹ ਕੇ ਕਹਿੰਦੀ ਜਿਹੜਾ ਤੂੰ ਕੁਝ ਲੱਭਣ ਜਾ ਰਿਹਾ ਸੀ ਵੀ ਆਪਾਂ ਮਹਾਰਾਜੇ ਨੂੰ ਕੱਲ੍ਹ ਨੂੰ ਦਿਖਾਵਾਂਗੇ, ਆਹ ਲੱਭ ਲਿਆ ਕੁਝ, ਇਹਨੂੰ ਕਹਿੰਦੇ ਨੇ। ਹੁਣ ਜਦੋਂ ਰਾਜਾ ਉਹਦੇ ਵਿੱਚ ਖੰਭਾਂ ਨਾਲ ਲਿਬੜਿਆ ਹੋਇਆ ਸੀ ਬਾਹਰ ਆਇਆ, ਬੇਪਛਾਣ ਹੋਇਆ ਤਾਂ ਰਾਜਾ ਕਹਿ ਵੀ ਨਹੀਂ ਸੀ ਸਕਿਆ ਵੀ ਕਿ ਮੈਂ ਹਾਂ, ਕਿਉਂਕਿ ਰਾਜਾ ਆਪ ਡਰਦਾ ਸੀ ਵੀ ਜੇ ਮੈਂ ਕਹੂੰਗਾ ਤਾਂ ਮੇਰੀ ਬੇਇੱਜ਼ਤੀ ਹੋਊਗੀ, ਕਿ ਵੀ ਉਹ ਸੁਦਾਗਰ ਪੁੱਛੂ ਤੂੰ ਮੇਰੇ ਘਰੇ ਕੀ ਕਰਨ ਆਇਆ ਸੀ। ਫਿਰ ਕੀ ਹੁੰਦਾ, ਦੋਹਾਂ ਨੇ ਰਾਜੇ ਨੂੰ ਖੰਭਾਂ ਵਾਲੇ ਟੋਏ ਵਿੱਚੋਂ ਬਾਹਰ ਕੱਢਿਆ। ਸਰੀਰ ਉੱਪਰ ਬਹੁਤ ਸਾਰੇ ਖੰਭ ਚਿੰਬੜੇ ਹੋਣ ਕਰਕੇ ਰਾਜਾ ਪਛਾਣ ਨਹੀਂ ਸੀ ਹੁੰਦਾ। ਰਾਜਾ ਵੀ ਡਰਦਾ ਮਾਰਿਆ ਨਾ ਬੋਲਿਆ। ਸੁਦਾਗਰ ਦੀ ਪਤਨੀ ਨੇ ਰਾਜੇ ਦੇ ਗਲ ਵਿੱਚ ਰੱਸਾ ਪਾ ਕੇ ਕਿਹਾ ਕਿ ਉਸ ਨੂੰ ਵਜ਼ੀਰ ਦੇ ਹਵਾਲੇ ਕਰ ਆਈਂ। ਸੁਦਾਗਰ ਨੇ ਇਵੇਂ ਹੀ ਕੀਤਾ ਅਤੇ ਵਜ਼ੀਰ ਨੂੰ ਕੁਝ ਸੌਂਪ ਕੇ ਆਪ ਘਰ ਆ ਗਿਆ। ਕਹਿੰਦਾ ਵਜ਼ੀਰ ਨੂੰ, ਕਹਿੰਦਾ ਵੀ ਆਹ ਚੱਕੋ ਜੀ, ਤੁਸੀਂ ਮੈਨੂੰ ਕੁਝ ਲੈਣ ਲਈ ਭੇਜਿਆ ਸੀ, ਆਹ ਫੜ ਲੈਂਦਾ ਕੁਝ, ਇਹਨੂੰ ਕਹਿੰਦੇ ਨੇ ਕੁਝ। ਰਾਜਾ ਉੱਚੀ ਉੱਚੀ ਰੋਣ ਲੱਗ ਪਿਆ। ਵਜ਼ੀਰ ਨੇ ਰਾਜੇ ਨੂੰ ਪਛਾਣ ਲਿਆ ਸੀ। ਦੋਹਾਂ ਨੇ ਸੁਦਾਗਰ ਦੀ ਪਤਨੀ ਤੋਂ ਤੌਬਾ ਕੀਤੀ। ਹੁਣ ਉਹ ਸਮਝ ਗਏ ਵੀ ਅਸੀਂ ਇਹਨੂੰ ਭੇਜ ਰਹੇ ਸੀ ਕੁਝ ਲੈਣ, ਇਹ ਤਾਂ ਮੇਰੇ ਗਲ 'ਚ ਰੱਸਾ ਪਾ ਕੇ ਮੈਨੂੰ ਫਸਾ ਲਿਆ। ਦੂਜੇ ਦਿਨ ਸੁਦਾਗਰ ਨੇ ਰਾਜੇ ਦੇ ਦਰਬਾਰ ਵਿੱਚ ਦੱਸਿਆ ਕਿ ਉਸ ਨੇ ਵਜ਼ੀਰ ਨੂੰ ਕੁਝ ਸੌਂਪ ਦਿੱਤਾ ਹੈ। ਕਹਿੰਦਾ ਮਹਾਰਾਜ, ਮੈਂ ਜਿਹੜਾ ਤੁਸੀਂ ਮੈਨੂੰ ਕੁਝ ਲੈਣ ਭੇਜਿਆ ਸੀ ਨਾ ਦੂਸਰੇ ਮੁਲਕਾਂ 'ਚ, ਮੈਂ ਉਹ ਰਾਤ ਲੈ ਆਇਆ ਸੀ ਅਤੇ ਵਜ਼ੀਰ ਜੀ ਨੂੰ ਮੈਂ ਦੇ ਗਿਆ। ਰਾਜੇ ਨੇ ਕਿਹਾ ਕਿ ਉਸਨੇ ਕੁਝ ਦੇਖ ਲਿਆ। ਕਹਿੰਦੇ ਹਾਂ ਮੈਂ ਦੇਖ ਲਿਆ ਉਹ ਕੁਝ ਜਿਹੜਾ ਤੈਨੂੰ ਲੈਣ ਭੇਜਿਆ ਸੀ। ਉਸਨੇ ਸੁਦਾਗਰ ਨੂੰ ਬਹੁਤ ਸਾਰਾ ਧਨ ਦਿੱਤਾ। ਸੁਦਾਗਰ ਨੇ ਰਾਜੇ ਨੂੰ ਕਿਹਾ ਕਿ ਉਹ ਉਸ ਦੇ ਘਰ ਚਾਰਨ ਪਾਏ। ਵਜ਼ੀਰ ਬੋਲਿਆ ਕਿ ਰਾਜਾ ਸਾਹਿਬ ਨੇ ਕਿਸੇ ਦੇ ਵੀ ਘਰ ਨਾ ਜਾਣ ਦੀ ਕਸਮ ਖਾਧੀ ਹੋਈ ਹੈ। ਉਸ ਤੋਂ ਬਾਅਦ ਰਾਜੇ ਨੇ ਕਸਮ ਖਾ ਲਈ ਸੀ ਕਿਸੇ ਦੇ ਘਰੇ ਨਹੀਂ ਜਾਣਾ। ਬੁਰੀ ਨੀਅਤ, ਬੁਰੀ ਨੀਤੀ ਰਾਜੇ ਨੇ ਉੱਥੋਂ ਹੀ ਛੱਡ ਦਿੱਤੀ ਸੀ ਜਿਸ ਦਿਨ ਉਹ ਕੁਝ ਦੇ ਰੂਪ ਦੇ ਵਿੱਚ ਸੁਦਾਗਰ ਦੇ ਘਰ ਵਿੱਚ ਉਸ ਦੀ ਪਤਨੀ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ ਜਾਂ ਫੜਿਆ ਗਿਆ ਸੀ। ਸੋ ਇਹ ਸੀ ਬੇਟਾ ਇੱਕ ਕਹਾਣੀ ਜਿਹਦੇ ਵਿੱਚ ਅਸੀਂ ਸਿੱਖਿਆ ਇਹੀ ਲੈਂਦੇ ਹਾਂ ਕਿ ਸਾਨੂੰ ਕੋਈ ਵੀ ਚੀਜ਼ ਆਪਣੇ ਦਿਮਾਗ ਨਾਲ, ਆਪਦੀ ਤਾਕਤ ਨਾਲ, ਆਪਦੀ ਬੁੱਧੀ ਨਾਲ
ਹਾਸਲ ਕਰਨ ਦਾ ਜਿਹੜਾ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਹੜਾ ਸਾਹਮਣੇ ਵਾਲਾ ਕੋਈ ਇਨਸਾਨ ਜੇਕਰ ਬੁੱਧੀਜੀਵੀ ਆ ਤਾਂ ਉਹ ਸਾਡੀ ਬੁੱਧੀ ਤੋਂ ਜੇਕਰ ਤੇਜ਼ ਆ ਤਾਂ ਸਾਨੂੰ ਕਿਤੇ ਵੀ ਉਹ ਫਸਾ ਸਕਦਾ। ਸੋ ਇਮਾਨਦਾਰੀ ਵੀ ਇਹਦੇ ਵਿੱਚ ਦਿਖਾਈ ਗਈ ਆ ਸੁਦਾਗਰ ਦੀ ਪਤਨੀ ਦੀ। ਆਓ ਇਸ ਚੈਪਟਰ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਪੜ੍ਹਦੇ ਹਾਂ। ਪਹਿਲਾ ਪ੍ਰਸ਼ਨ ਹੈ, ਨੀਲ ਕਮਲ ਲੋਕ ਕਹਾਣੀ ਕਿਹੜੀ ਬਣ ਗਈ ਹੈ? ਇੱਥੇ ਦੇਖੋ ਬੇਟਾ, ਕਵਲ ਲਿਖਿਆ ਨਾ, ਹੁਣ ਇੱਥੇ ਉੱਪਰ ਲਿਖਿਆ ਆ ਗਿਆ ਨੀਲ ਕਮਲ। ਇਹ ਉਚਾਰਨ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਅਸੀਂ ਲਿਖਤੀ ਰੂਪ ਦੇ ਵਿੱਚ ਅਤੇ ਉਚਾਰਨ ਦੇ ਵਿੱਚ ਬੋਲਦੇ ਹਾਂ, ਕਿਤੇ ਨਾ ਕਿਤੇ ਥੋੜ੍ਹਾ ਫਰਕ ਜ਼ਰੂਰ ਹੁੰਦਾ। ਉੱਤਰ ਹੈ ਪਰੀ ਕਥਾ। ਨੀਲ ਕਮਲ ਲੋਕ ਕਹਾਣੀ ਕਿਹੜੀ ਬਣ ਗਈ ਦੀ ਹੈ? ਪਰੀ ਕਥਾ ਦੀ। ਨੀਲ ਕਮਲ ਕਹਾਣੀ ਦੇ ਦੋ ਪਾਤਰਾਂ ਦੇ ਨਾਂ ਲਿਖੋ, ਸੁਦਾਗਰ ਅਤੇ ਉਸ ਦੀ ਪਤਨੀ। ਸੁਦਾਗਰ ਨੇ ਆਪਣੀ ਪਤਨੀ ਨੂੰ ਕੀ ਦਿੱਤਾ? ਇੱਕ ਚਮਕਦੀ ਛੁਰੀ। ਪਤਨੀ ਨੇ ਸੁਦਾਗਰ ਨੂੰ ਕੀ ਦਿੱਤਾ ਸੀ? ਇਹ 4 ਨੰਬਰ ਪ੍ਰਸ਼ਨ ਹੈ। ਉੱਤਰ ਹੈ ਨੀਲ ਕਮਲ। ਸੁਦਾਗਰ ਨੇ ਰਾਜੇ ਕੋਲ ਕੀ ਵੇਚਿਆ? ਹੀਰੇ ਮੋਤੀ। ਰਾਜੇ ਨੂੰ ਨੀਲ ਕਮਲ ਬਾਰੇ ਸੁਣ ਕੇ ਸੁਦਾਗਰ ਦੀ ਪਤਨੀ ਕਿਹੋ ਜਿਹੀ ਪ੍ਰਤੀਤ ਹੋਈ? ਸੁੰਦਰ ਅਤੇ ਗੁਣਵਾਨ। ਉਹਨੂੰ ਲੱਗਿਆ ਕਿ ਬੜੀ ਸੁੰਦਰ ਅਤੇ ਗੁਣਵਾਨ ਪਤਨੀ ਹੋਊਗੀ ਸੁਦਾਗਰ ਦੀ। ਰਾਜੇ ਨੇ ਸੁਦਾਗਰ ਦੀ ਪਤਨੀ ਨੂੰ ਮਿਲਣ ਦੀ ਇੱਛਾ ਕਿਸ ਨੂੰ ਦੱਸੀ? ਆਪਣੇ ਵਜ਼ੀਰ ਨੂੰ। ਕੌਣ ਗੇਰੂਏ ਕੱਪੜੇ ਪਾ ਕੇ ਸੁਦਾਗਰ ਦੇ ਸ਼ਹਿਰ ਵੱਲ ਤੁਰ ਪਈਆਂ? 2 ਫਫੇ ਕੁੱਟਣੀਆਂ। ਸੁਦਾਗਰ ਦੀ ਪਤਨੀ ਦੀ ਠੋਡੀ ਉੱਤੇ ਕੀ ਸੀ? ਸੁਰਮੇ ਨਾਲ ਬਣਾਇਆ ਤਿਲ, ਜਿੱਤੋਂ ਉਹਨੇ ਪਹਿਲੀ ਝੱਟ ਪਹਿਚਾਣ ਲਈਆਂ ਸੀ ਫਫੇ ਕੁੱਟਣੀਆਂ। ਸੁਦਾਗਰ ਦੀ ਪਤਨੀ ਨੇ ਫਫੇ ਕੁੱਟਣੀਆਂ ਨੂੰ ਕਾਹਦੇ ਪਕੌੜੇ ਖਵਾਉਣੇ ਸ਼ੁਰੂ ਕਰ ਦਿੱਤੇ? ਭੰਗ ਦੇ ਪਕੌੜੇ, ਸੁੱਖੇ ਦੇ ਵਾਲੇ ਪਕੌੜੇ। ਸੁਦਾਗਰ ਦੀ ਪਤਨੀ ਵੱਲ 2 ਠੱਗਾਂ ਨੂੰ ਕਿਸ ਨੇ ਭੇਜਿਆ? ਰਾਜੇ ਨੇ। ਸੁਦਾਗਰ ਦੀ ਪਤਨੀ ਨੇ ਠੱਗਾਂ ਨੂੰ ਕੀ ਖਵਾਇਆ? ਭੰਗ ਦੇ ਪਕੌੜੇ। ਸੁਦਾਗਰ ਦੀ ਪਤਨੀ ਨੇ ਰਾਜੇ ਤੇ ਵਜ਼ੀਰ ਨੂੰ ਆਪਣੇ ਬਾਰੇ ਕੀ ਦੱਸਿਆ? ਸੁਦਾਗਰ ਦੀ ਪਤਨੀ ਦੀ ਦਾਸੀ। ਉਹਨੇ ਦੱਸਿਆ ਕਿ ਮੈਂ ਉਹਦੀ ਨੌਕਰਾਣੀ ਹਾਂ, ਦਾਸੀ ਹਾਂ। ਰਾਜਾ ਸੁਦਾਗਰ ਦੀ ਪਤਨੀ ਨੂੰ ਕਿੱਥੇ ਲਿਜਾਣਾ ਚਾਹੁੰਦਾ ਸੀ? ਆਪਣੇ ਮਹਿਲਾਂ ਵਿੱਚ। ਸੁਦਾਗਰ ਦੀ ਪਤਨੀ ਨੇ ਉਹਨਾਂ ਨੂੰ ਡੋਲੇ ਵਿੱਚ ਸੁੱਟ ਦਿੱਤਾ। ਕਿਹਨਾਂ ਨੂੰ? ਦੋਹਾਂ ਬੇਹੋਸ਼ ਠੱਗਾਂ ਅਤੇ ਫਫੇ ਕੁੱਟਣੀਆਂ ਨੂੰ। 4 ਬੰਦੇ ਡੋਲੇ ਵਿੱਚ ਪਾ ਦਿੱਤੇ ਸਨ। ਵਜ਼ੀਰ ਅਨੁਸਾਰ ਰਾਜਾ ਸੁਦਾਗਰ ਨੂੰ ਕੀ ਬਣਾਉਣਾ ਚਾਹੁੰਦਾ ਸੀ? ਮੰਤਰੀ। ਸੁਦਾਗਰ ਅਤੇ ਉਸ ਦੀ ਪਤਨੀ ਕਿੱਥੇ ਰਹਿਣ ਲੱਗੇ? ਉੱਤਰ ਹੈ ਮਹਿਲਾਂ ਨੇੜੇ ਹਵੇਲੀ ਵਿੱਚ। ਸੁਦਾਗਰ ਦੇ ਦੂਜੇ ਦੇਸ਼ ਜਾਣ ਮਗਰੋਂ ਰਾਜਾ ਕਿਸ ਕੋਲ ਪਹੁੰਚਾ? ਸੁਦਾਗਰ ਦੀ ਪਤਨੀ ਕੋਲ। ਸੁਦਾਗਰ ਦੀ ਪਤਨੀ ਨੇ ਆਪਣੀ ਸੂਝ-ਬੂਝ ਨਾਲ ਕਿਹੜਾ ਕੁਝ ਫੜਿਆ ਸੀ? ਉਹ ਸੀ ਰਾਜਾ। ਰਾਜਾ ਕਹਿੰਦਾ ਸੀ ਕੁਝ ਲੈ ਕੇ ਆ, ਸੁਦਾਗਰ ਨੂੰ ਕਿਹਾ, ਅਤੇ ਰਾਣੀ ਨੇ ਫਿਰ ਆਪਣੇ ਦਿਮਾਗ ਨਾਲ ਰਾਜੇ ਨੂੰ ਹੀ ਕੁਝ ਦੇ ਰੂਪ 'ਚ ਬਣਾ ਕੇ ਫੜ ਲਿਆ, ਜਦ ਕਿ ਅਸਲ 'ਚ ਕੁਝ ਨਹੀਂ ਸੀ। ਸੁਦਾਗਰ ਦੀ ਪਤਨੀ ਤੋਂ ਕਿੰਨਿਆਂ ਨੇ ਤੋਬਾ ਕੀਤੀ? ਰਾਜੇ ਤੇ ਵਜ਼ੀਰ ਨੇ। ਰਾਜੇ ਨੇ ਕੀ ਵੇਖ ਲਿਆ ਸੀ? ਕੁਝ। ਸੁਦਾਗਰ ਨੇ ਕੁਝ ਕਿਸ ਨੂੰ ਸੌਂਪ ਦਿੱਤਾ? ਵਜ਼ੀਰ ਨੂੰ। ਕੁਝ ਕੌਣ ਸੀ ਫਿਰ ਲਿਬੜਿਆ ਹੋਇਆ ਗੁੜ ਤੇ ਖੰਭਾਂ ਨਾਲ? ਰਾਜਾ। ਰਾਜਾ ਫਿਰ ਬਸ਼ਰਮ ਹੁੰਦਾ ਕੀ ਕਹਿੰਦਾ ਦੁਨੀਆ ਨੂੰ ਜਾਂ ਸੁਦਾਗਰ ਨੂੰ? ਉਹਨੂੰ ਮੰਨਣਾ ਪਿਆ ਰਾਜੇ ਨੂੰ ਕਿ ਮੈਂ ਹੀ ਸੀ ਜਿਹਨੂੰ ਰਾਜਾ ਰਾਤ ਗਾਲ 'ਚ ਰੱਸੀ ਪਾ ਕੇ ਮੇਰੇ ਵਜ਼ੀਰ ਕੋਲ ਛੱਡ ਕੇ ਗਿਆ। ਰਾਜੇ ਨੇ ਕੀ ਕਸਮ ਖਾਧੀ ਸੀ? ਕਿਸੇ ਦੇ ਘਰ ਨਾ ਜਾਣ ਦੀ। ਸੁਦਾਗਰ, ਪਤਨੀ, ਰਾਜਾ, ਵਜ਼ੀਰ, 2 ਫਫੇ ਕੁੱਟਣੀਆਂ, 2 ਠੱਗ, ਨੌਕਰ ਚਾਕਰ ਕਿਸ ਕਹਾਣੀ ਦੇ ਪਾਤਰ ਹਨ? ਨੀਲ ਕਮਲ। ਨੀਲ ਕਮਲ ਕਹਾਣੀ ਦਾ ਮੁੱਖ ਪਾਤਰ ਜਾਂ ਨਾਇਕ ਕੌਣ ਹੈ? ਸੁਦਾਗਰ ਦੀ ਪਤਨੀ। ਸੋ ਇਹ ਸੀ ਬੇਟਾ ਉਪਰੋਕਤ ਜਿਹੜੀ ਤੁਹਾਡੀ ਕਹਾਣੀ ਨੀਲ ਕਮਲ। ਸੋ ਅਗਲੀ ਜਿਹੜੀ ਤੁਹਾਡੇ ਸਿਲੇਬਸ ਦੇ ਅਨੁਸਾਰ ਕਹਾਣੀ ਹੈ ਉਹ ਹੈ ਸਬਜ਼ ਪਰੀ। ਸੋ ਆਓ ਹੁਣ ਅਗਲੀ ਅਸੀਂ ਪਰੀ ਕਥਾ ਪੜ੍ਹਦੇ ਹਾਂ, ਸਬਜ਼ ਪਰੀ। ਇੱਕ ਰਾਜੇ ਦੇ 3 ਪੁੱਤਰਾਂ ਵਿੱਚੋਂ ਇੱਕ, ਜਿਸ ਦਾ ਨਾਂ ਮੀਰਜ਼ਾਦਾ ਸੀ, ਅਜੇ ਕੁਆਰਾ ਸੀ। ਉਸ ਦੀ ਭਰਜਾਈ ਨੇ ਉਸ ਨੂੰ ਆਪਣੀ ਭੈਣ ਨਾਲ ਵਿਆਹ ਕਰਨ ਲਈ ਨਾ ਮੰਨਦਾ ਦੇਖ ਕੇ ਤਾਨਾ ਮਾਰਿਆ ਕਿ ਉਹ ਦੇਖੇਗੀ ਜਦੋਂ ਕੋਈ ਸਬਜ਼ ਪਰੀ ਵਿਆਹ ਕੇ ਲੈ ਆਵੇਗਾ। ਜਿਵੇਂ ਰਾਂਝੇ ਨੂੰ ਮਾਰਿਆ ਗਿਆ ਸੀ ਤਾਨਾ ਕਿ ਦੇਖਾਂਗੇ ਕਿ ਜਦੋਂ ਤੂੰ ਸਿਆਲਾਂ ਦੀ ਹੀਰ ਵਿਆਹ ਕੇ ਲਿਆਏਂਗਾ। ਹੁਣ ਇੱਥੇ ਸੇਮ ਉਹੋ ਜਿਹਾ ਹੀ ਵਿਸ਼ਾ ਕਿ ਉਹ ਕਹਿੰਦੀ ਦੇਖਾਂਗੇ ਜਦੋਂ ਤੂੰ ਸਬਜ਼ ਪਰੀ ਵਿਆਹ ਕੇ ਲਿਆਏਂਗਾ। ਮੀਰਜ਼ਾਦੇ ਨੇ ਗੁੱਸੇ ਨਾਲ ਕਿਹਾ ਕਿ ਉਹ ਸਬਜ਼ ਪਰੀ ਹੀ ਵਿਆਹ ਕੇ ਲਿਆਵੇਗਾ।
ਕਹਿੰਦਾ ਹੁਣ ਮੈਂ ਸਬਜ਼ ਪਰੀ ਨੂੰ ਹੀ ਵਿਆਹ ਕੇ ਲਿਆਵਾਂਗਾ। ਮੀਰਜ਼ਾਦਾ ਘੋੜੇ 'ਤੇ ਸਵਾਰ ਹੋ ਕੇ ਸਬਜ਼ ਪਰੀ ਨੂੰ ਲੱਭਣ ਲਈ ਚੱਲ ਪਿਆ। ਸੰਘਣੇ ਜੰਗਲ ਵਿੱਚ ਜਦੋਂ ਉਹ ਆਰਾਮ ਕਰਨ ਲੱਗਾ ਤਾਂ ਇੱਕ ਵੱਡੇ ਸੱਪ ਨੇ ਉਸ ਉੱਤੇ ਹਮਲਾ ਕਰ ਦਿੱਤਾ। ਮੀਰਜ਼ਾਦੇ ਨੇ ਉਸ ਨੂੰ ਤਲਵਾਰ ਨਾਲ ਮਾਰ ਦਿੱਤਾ। ਹੁਣ ਇੱਥੇ ਅਗਲੀ ਘਟਨਾ ਇੱਥੋਂ ਸ਼ੁਰੂ ਹੁੰਦੀ ਆ। ਉਹ ਸੱਪ ਉੱਥੇ ਦਰਖਤ ਉੱਤੇ ਰਹਿੰਦੇ ਹੰਸ ਤੇ ਹੰਸਣੀ ਦੇ ਬੱਚੇ ਖਾ ਜਾਂਦਾ ਹੁੰਦਾ ਸੀ। ਉਹਨਾਂ ਮੀਰਜ਼ਾਦੇ ਦੇ ਉਪਕਾਰ ਦਾ ਬਦਲਾ ਚੁਕਾਉਣ ਲਈ ਕੋਈ ਮਦਦ ਪੁੱਛੀ ਤਾਂ ਉਸਨੇ ਸਬਜ਼ ਪਰੀ ਨਾਲ ਵਿਆਹ ਕਰਾਉਣ ਦੀ ਆਪਣੀ ਇੱਛਾ ਦੱਸੀ। ਹੰਸ ਹੰਸਣੀ ਉੱਡਦੇ ਕਈ ਵਾਰ ਸਬਜ਼ ਪਰੀ ਦੇ ਦੇਸ਼ ਗਏ ਸਨ। ਹੰਸ ਮੀਰਜ਼ਾਦੇ ਨੂੰ ਆਪਣੇ ਖੰਭਾਂ ਉੱਪਰ ਬਿਠਾ ਕੇ ਕਈ ਦਿਨ ਉੱਡਦਾ ਰਿਹਾ ਅਤੇ ਉਸਨੇ ਮੀਰਜ਼ਾਦੇ ਨੂੰ ਇੱਕ ਰੁੱਖ ਹੇਠ ਉਤਾਰ ਕੇ ਦੱਸਿਆ ਕਿ ਉਸ ਤਲਾਬ ਵਿੱਚ ਨਹਾ ਰਹੀਆਂ ਪਰੀਆਂ ਜਾਂ ਉਸ ਤਲਾਬ ਵਿੱਚ ਨਹਾ ਰਹੀਆਂ ਪਰੀਆਂ ਹੀ ਉਸ ਨੂੰ ਸਬਜ਼ ਪਰੀ ਤੱਕ ਪਹੁੰਚਾ ਸਕਦੀਆਂ ਹਨ। ਉਹ ਮੰਨਣਗੀਆਂ ਤਾਂ ਜੇਕਰ ਉਹ ਕੰਢੇ ਉੱਪਰ ਪਏ ਉਹਨਾਂ ਦੇ ਖੰਭ ਚੁਰਾ ਲਵੇ ਅਤੇ ਫਿਰ ਉਹ ਉਹਨਾਂ ਨੂੰ ਸਬਜ਼ ਪਰੀ ਨਾਲ ਵਿਆਹ ਕਰਾਉਣ ਦੀ ਸ਼ਰਤ ਉੱਤੇ ਵਾਪਸ ਕਰੇ। ਮੀਰਜ਼ਾਦੇ ਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਤਲਾਅ ਤੋਂ ਬਾਹਰ ਆ ਕੇ ਖੰਭ ਮੰਗਦੀਆਂ ਪਰੀਆਂ ਤੋਂ ਆਪਣੀ ਸ਼ਰਤ ਮਨਵਾ ਕੇ ਇੱਕ ਪਰੀ ਦੇ ਖੰਭ ਵਾਪਸ ਕਰ ਦਿੱਤੇ। ਉਹ ਪਰੀ ਸਬਜ਼ ਪਰੀ ਕੋਲ ਪਹੁੰਚੀ ਤਾਂ ਉਹ ਇੰਨੀ ਦੂਰ ਕਿਸੇ ਲੜਕੇ ਦੇ ਪਹੁੰਚਣ ਬਾਰੇ ਸੁਣ ਕੇ ਹੈਰਾਨ ਹੋਈ। ਉਹ ਸੋਹਣੇ ਸੁਨੱਖੇ ਮੀਰਜ਼ਾਦੇ ਕੋਲ ਪਹੁੰਚੀ ਅਤੇ ਉਸ ਨਾਲ ਵਿਆਹ ਕਰਾਉਣ ਲਈ ਤਿਆਰ ਹੋ ਗਈ। ਉਸ ਨੇ ਖੰਭ ਉਤਾਰ ਕੇ ਪਰੀਆਂ ਵਾਲੇ ਕੱਪੜੇ ਪਾ ਲਏ। ਉਹ ਉਸ ਵਿੱਚ ਪਹਿਲਾਂ ਵਰਗੀ ਉੱਡਣ ਸ਼ਕਤੀ ਨਾ ਰਹੀ। ਹੰਸ ਦੋਹਾਂ ਨੂੰ ਲੈ ਕੇ ਉੱਡ ਨਹੀਂ ਸੀ ਸਕਦਾ। ਤਿੰਨੇ ਇੱਕ ਬੇੜੀ ਵਿੱਚ ਸਵਾਰ ਹੋ ਕੇ ਸਮੁੰਦਰ ਰਾਹੀਂ ਮੀਰਜ਼ਾਦੇ ਦੇ ਦੇਸ਼ ਨੂੰ ਚੱਲ ਪਏ। ਪਰ ਰਸਤੇ ਵਿੱਚ ਆਏ ਭਿਆਨਕ ਤੂਫਾਨ ਵਿੱਚ ਬੇੜੀ ਦੇ ਡੁੱਬਣ ਕਾਰਨ ਤਿੰਨੇ ਵਿਛੜ ਗਏ। ਸਬਜ਼ ਪਰੀ ਇੱਕ ਸ਼ਹਿਰ ਵਿੱਚ ਜਾ ਪੁੱਜੀ ਅਤੇ ਮੀਰਜ਼ਾਦਾ ਦੂਜੇ ਸ਼ਹਿਰ ਵਿੱਚ ਇੱਕ ਕੰਢੇ ਉੱਪਰ ਪੁੱਜੇ। ਹੰਸ ਨੇ ਉਹਨਾਂ ਨੂੰ ਲੱਭਣ ਦਾ ਫੈਸਲਾ ਕੀਤਾ। ਲੋਕਾਂ ਰਾਹੀਂ ਸਬਜ਼ ਪਰੀ ਦੀ ਖੂਬਸੂਰਤੀ ਰਾਜੇ ਤੱਕ ਪੁੱਜੀ। ਉਸਨੇ ਉਸ ਨੂੰ ਆਪਣੇ ਮਹਿਲਾਂ ਵਿੱਚ ਲਿਜਾ ਕੇ ਵਿਆਹ ਕਰਾਉਣ ਲਈ ਕਿਹਾ, ਪਰ ਉਸ ਨੇ ਉੱਤਰ ਨਾ ਵਿੱਚ ਦਿੱਤਾ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਹੈ। ਉਸ ਨੇ ਰਾਜੇ ਤੋਂ 1 ਸਾਲ ਦੀ ਮੋਹਲਤ ਮੰਗੀ। ਜਿੱਥੇ ਉਹ ਸਬਜ਼ ਪਰੀ ਪਹੁੰਚੀ ਸੀ ਉਸ ਦੇਸ਼ ਦੇ ਰਾਜੇ ਨੇ ਕਿਹਾ ਕਿ ਤੂੰ ਮੇਰੇ ਨਾਲ ਵਿਆਹ ਕਰਵਾਓ। ਕਹਿੰਦੀ ਮੈਂ ਪਹਿਲਾਂ ਵਿਆਹੀ ਹੋਈ ਹਾਂ, ਬਟ ਕਹਿੰਦੀ ਵਿਆਹ ਕਰਾਉਣ ਤੋਂ ਪਹਿਲਾਂ ਮੈਨੂੰ 1 ਸਾਲ ਦੀ ਮੋਹਲਤ ਦਿੱਤੀ ਜਾਵੇ, ਮੈਂ ਫਿਰ ਵਿਆਹ ਕਰਾ ਕੇ ਤੁਹਾਡੇ ਰਾਣੀ ਬਣ ਕੇ ਰਹਾਂਗੀ। ਸਬਜ਼ ਪਰੀ ਨੇ ਮੀਰਜ਼ਾਦੇ ਅਤੇ ਹੰਸ ਨੂੰ ਲੱਭਣ ਲਈ ਆਪਣੇ ਮਹਿਲ ਦੀ ਛੱਤ ਉੱਤੇ ਪੰਛੀਆਂ ਲਈ ਭਾਂਤ ਭਾਂਤ ਦੇ ਚੋਗੇ ਖਿਲਾਰ ਦਿੱਤੇ। ਨਾਲ ਹੀ ਹੰਸ ਦੇ ਖਾਣ ਲਈ ਸੁੱਚੇ ਮੋਤੀਆਂ ਦਾ ਢੇਰ ਲਾ ਦਿੱਤਾ। ਬਹੁਤ ਸਾਰੇ ਪੰਛੀ ਉੱਥੇ ਚੋਗ ਚੁਗਣ ਆਉਣ ਲੱਗੇ। ਇੱਕ ਦਿਨ ਭੁੱਖਣ ਭਾਣੇ ਉੱਡਦੇ ਹੰਸ ਨੂੰ ਪੰਛੀਆਂ ਤੋਂ ਮਹਿਲ ਉੱਪਰ ਸੁੱਚੇ ਮੋਤੀਆਂ ਦੀ ਚੋਗ ਦਾ ਪਤਾ ਲੱਗਾ ਤਾਂ ਉਹ ਉੱਥੇ ਪਹੁੰਚ ਗਿਆ। ਇੱਥੇ ਸਬਜ਼ ਪਰੀ ਨੇ ਉਸ ਨੂੰ ਦੇਖ ਕੇ ਪਛਾਣ ਲਿਆ। ਦੋਵੇਂ ਮਿਲ ਕੇ ਬੜੇ ਖੁਸ਼ ਹੋਏ ਅਤੇ ਹੁਣ ਉਹ ਮੀਰਜ਼ਾਦੇ ਨੂੰ ਲੱਭਣਾ ਚਾਹੁੰਦੇ ਸਨ। ਉੱਧਰ ਭੁੱਖਣ ਭਾਣਾ ਮੀਰਜ਼ਾਦਾ ਇੱਕ ਭਠਿਆਰਨ ਤੋਂ ਕੁਝ ਖਾਣ ਲਈ ਲੈ ਕੇ ਉਸ ਨੂੰ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆ ਦਿੰਦਾ ਸੀ। ਭਠਿਆਰਨ ਹੁੰਦੀ ਹੈ ਬੇਟਾ ਮੱਕੀ ਦੇ ਦਾਣੇ ਭੁੰਨਣ ਵਾਲੀ। ਉਹ ਤੋਂ ਦਾਣੇ ਲੈ ਲੈਂਦਾ ਅਤੇ ਉਹਨੂੰ ਜੰਗਲ 'ਚੋਂ ਲੱਕੜਾਂ ਕੱਟ ਕੇ ਲਿਆ ਦਿੰਦਾ। ਇੱਕ ਦਿਨ ਹੰਸ ਨੇ ਉਸ ਨੂੰ ਜੰਗਲ ਵਿੱਚ ਪਛਾਣ ਲਿਆ ਅਤੇ ਉਹ ਉਸ ਦੇ ਖੰਭਾਂ ਉੱਪਰ ਬੈਠ ਕੇ ਸਬਜ਼ ਪਰੀ ਕੋਲ ਆ ਪੁੱਜਾ। ਹੁਣ ਉਹਨੂੰ ਲੈ ਆਇਆ ਵੀ ਉੱਥੇ ਆ ਸਬਜ਼ ਪਰੀ, ਆ ਵੀ ਚੱਲੀਏ। ਹੰਸ ਦੀ ਮਦਦ ਨਾਲ ਮੀਰਜ਼ਾਦਾ ਅਤੇ ਸਬਜ਼ ਪਰੀ ਰਾਜੇ ਤੋਂ ਚੋਰੀ ਨਿਕਲ ਤੁਰੇ। ਆਪਣੇ ਸ਼ਹਿਰ ਕੋਲ ਪਹੁੰਚ ਕੇ ਮੀਰਜ਼ਾਦੇ ਨੇ ਹੰਸ ਨੂੰ ਵਿਦਾ ਕੀਤਾ। ਨਾਲ ਹੀ ਮੀਰਜ਼ਾਦੇ ਨੇ ਆਪਣੇ ਬਾਪ ਨੂੰ ਸੁਨੇਹਾ ਭੇਜਿਆ ਕਿ ਉਹ ਸਬਜ਼ ਪਰੀ ਵਿਆਹ ਕੇ ਲਿਆਇਆ ਹੈ, ਉਸ ਦੇ ਸਵਾਗਤ ਦਾ ਪ੍ਰਬੰਧ ਕੀਤਾ ਜਾਵੇ। ਦੋਵੇਂ ਇੱਕ ਬਾਗ ਵਿੱਚ ਆਰਾਮ ਕਰਨ ਲੱਗੇ। ਹੁਣ ਇੱਥੇ ਅਗਲੀ ਘਟਨਾ ਘਟਦੀ ਆ। ਸਬਜ਼ ਪਰੀ ਨੂੰ ਪਿਆਸ ਲੱਗੀ ਅਤੇ ਉਹ ਖੂਹ ਉੱਤੇ ਪਾਣੀ ਪੀਣ
ਗਈ। ਉੱਥੇ ਇੱਕ ਬੜੀ ਚਲਾਕ ਮਾਲਣ ਸੀ। ਜਦੋਂ ਉਸ ਨੂੰ ਸਬਜ਼ ਪਰੀ ਬਾਰੇ ਪਤਾ ਲੱਗਾ ਕਿ ਉਹ ਮੀਰਜ਼ਾਦੇ ਦੀ ਪਤਨੀ ਹੈ ਤਾਂ ਉਸਨੇ ਚਲਾਕੀ ਨਾਲ ਸਬਜ਼ ਪਰੀ ਨੂੰ ਬੇਫਿਕਰ ਹੋ ਕੇ ਨਹਾਉਣ ਧੋਣ ਲਈ ਕਿਹਾ। ਜਦੋਂ ਉਹ ਨਹਾਉਣ ਲੱਗੀ ਤਾਂ ਮਾਲਣ ਨੇ ਉਸ ਨੂੰ ਖੂਹ ਵਿੱਚ ਧੱਕਾ ਦੇ ਦਿੱਤਾ। ਮਾਲਣ ਸਬਜ਼ ਪਰੀ ਦੇ ਕੱਪੜੇ ਪਾ ਕੇ ਤੇ ਉਸ ਵਾਂਗ ਹੀ ਹਾਰ ਸ਼ਿੰਗਾਰ ਕਰਕੇ ਮੀਰਜ਼ਾਦੇ ਕੋਲ ਆ ਗਈ। ਮੀਰਜ਼ਾਦੇ ਨੇ ਜਦੋਂ ਉਸ ਦੇ ਰੰਗ ਰੂਪ ਵੱਲ ਦੇਖ ਕੇ ਹੈਰਾਨੀ ਪ੍ਰਗਟ ਕੀਤੀ ਤਾਂ ਉਸਨੇ ਕਿਹਾ ਕਿ ਉਸ ਨੂੰ ਇੱਕ ਸੱਪ ਨੇ ਡੰਗ ਮਾਰਿਆ ਹੈ, ਜਿਸ ਨਾਲ ਉਸ ਦਾ ਰੰਗ ਕਾਲਾ ਹੋ ਗਿਆ ਹੈ, ਪਰ ਕੁਝ ਸਮੇਂ ਮਗਰੋਂ ਆਪਣੇ ਆਪ ਠੀਕ ਹੋ ਜਾਵੇਗਾ। ਮੀਰਜ਼ਾਦੇ ਦਾ ਪਿਤਾ ਬਾਜਾਂ ਗਾਜਾਂ ਨਾਲ ਆਪਣੀ ਨੂੰਹ ਤੇ ਪੁੱਤਰ ਨੂੰ ਮਹਿਲਾਂ ਵਿੱਚ ਲੈ ਗਿਆ। ਸਾਰੇ ਨੂੰਹ ਦੇ ਕੱਪੜੇ ਦੇਖ ਕੇ ਹੀ ਵਾਹ-ਵਾਹ ਕਰਦੇ ਰਹਿ ਗਏ। ਮੀਰਜ਼ਾਦੇ ਨੇ ਸਮਝਿਆ ਕਿ ਇਸੇ ਨੇ ਹੀ ਸਬਜ਼ ਪਰੀ ਨੂੰ ਡੰਗਿਆ ਸੀ। ਮੀਰਜ਼ਾਦੇ ਨੇ ਸਮਝਿਆ ਕਿ ਇਸੇ ਨੇ ਹੀ ਸਬਜ਼ ਪਰੀ ਨੂੰ ਡੰਗਿਆ ਸੀ। ਉਹ ਉਸ ਦੇ ਮਗਰ ਖੂਹ ਵਿੱਚ ਗਿਆ। ਹੁਣ ਦੇਖਦਾ ਕਿ ਜੀ ਇਹ ਸਬਜ਼ ਪਰੀ ਕਿੱਥੇ ਡੁੱਬ ਗਈ, ਕੀ ਹੋ ਗਿਆ। ਖੂਹ ਵਿੱਚ ਉਸਨੇ ਬਹੁਤ ਹੀ ਸੁੰਦਰ ਫੁੱਲ ਦੇਖਿਆ। ਜਦੋਂ ਮੀਰਜ਼ਾਦਾ ਉਸ ਨੂੰ ਤੋੜਨ ਲਈ ਹੱਥ ਅੱਗੇ ਕਰਦਾ ਹੈ ਤਾਂ ਉਹ ਨੀਵਾਂ ਹੋ ਜਾਂਦਾ ਹੈ, ਪਰ ਜਦੋਂ ਹੱਥ ਪਿੱਛੇ ਕਰਦਾ ਹੈ ਤਾਂ ਉਹ ਉੱਚਾ ਹੋ ਜਾਂਦਾ ਹੈ। ਜਦੋਂ ਮੀਰਜ਼ਾਦਾ ਮੁੜਨ ਲੱਗਾ ਤਾਂ ਫੁੱਲ ਆਪਣੇ ਆਪ ਹੀ ਉਸ ਦੇ ਹੱਥ ਵਿੱਚ ਆ ਗਿਆ ਤੇ ਉਹ ਫੁੱਲ ਲੈ ਕੇ ਆਪਣੇ ਮਹਿਲ ਵਿੱਚ ਆ ਗਿਆ। ਜਦੋਂ ਮਾਲਣ ਨੇ ਉਹ ਅਲੌਕਿਕ ਫੁੱਲ ਵੇਖਿਆ ਤਾਂ ਉਹ ਸਮਝ ਗਈ ਕਿ ਇਹ ਸਬਜ਼ ਪਰੀ ਦਾ ਹੀ ਕੌਤਕ ਹੈ। ਉਹ ਫੜ ਕੇ ਬੈਠ ਗਈ, ਉਹ ਸਿਰ ਫੜ ਕੇ ਬੈਠ ਗਈ ਤੇ ਉੱਚੀ ਉੱਚੀ ਰੋਂਦੀ ਹੋਈ ਕਹਿਣ ਲੱਗੀ ਕਿ ਉਸ ਦੇ ਸਿਰ ਪੀੜ ਹੋਣ ਲੱਗ ਪਈ ਹੈ। ਇਹ ਫੁੱਲ ਨਹਿਸ਼ ਹੈ, ਉਸ ਨੂੰ ਜੰਗਲ ਵਿੱਚ ਸੁੱਟ ਦਿਓ। ਮੀਰਜ਼ਾਦੇ ਨੇ ਇੰਝ ਹੀ ਕੀਤਾ। ਹੁਣ ਬੇਟਾ ਜਦੋਂ ਮੀਰਜ਼ਾਦੇ ਨੂੰ ਪਤਾ ਲੱਗਦਾ ਨਾ ਕਿ ਜਿਹੜੀ ਮੇਰੀ ਪਤਨੀ ਆ, ਜਿਹੜੀ ਮੈਂ ਮਹਿਲਾਂ 'ਚ ਲੈ ਕੇ ਆਇਆ, ਇਹਨੂੰ ਕਿਹੜੇ ਨਾਗ ਨੇ ਡੰਗ ਮਾਰਿਆ ਸੀ, ਉਹ ਉਸ ਨਾਗ ਦੀ ਭਾਲ 'ਚ ਉੱਥੇ ਆਉਂਦਾ ਅਤੇ ਉਹ ਭਾਲ ਦੇ ਵਿੱਚ ਜਦੋਂ ਉੱਥੇ ਆਉਂਦਾ ਉਹਨੂੰ ਪਿਆਸ ਲੱਗਦੀ ਆ। ਉਹ ਦੇਖਦਾ ਵੀ ਕਿੰਨਾ ਖੂਬਸੂਰਤ ਫੁੱਲ ਆ ਇੱਕ ਇਹਦੇ ਖੂਹ ਦੇ ਵਿੱਚ, ਵੀ ਕਿਉਂ ਨਾ ਮੈਂ ਇਹ ਫੁੱਲ ਨੂੰ ਲੈ ਕੇ ਜਾਵਾਂ ਮੇਰੀ ਪਤਨੀ ਲਈ। ਸੋ ਇਹ ਕਹਾਣੀ ਦੇ ਵਿੱਚ ਬੇਟਾ ਜਦੋਂ ਅਸੀਂ ਪੜ੍ਹਦੇ ਹਾਂ ਕੋਈ ਨਾ ਕੋਈ ਚੀਜ਼ ਸਕਿੱਪ ਹੋ ਜਾਂਦੀ ਆ ਅਤੇ ਉਹ ਫੁੱਲ ਨੂੰ ਤੋੜ ਕੇ ਮਹਿਲਾਂ 'ਚ ਲੈ ਜਾਂਦਾ ਅਤੇ ਉਹ ਦੇਖਦੀ ਆ ਵੀ ਇਹ ਤਾਂ ਉਹੀ ਕੋਈ ਇੰਨਾ ਖੂਬਸੂਰਤ ਫੁੱਲ ਆ, ਵੀ ਇਹ ਸਾਡੇ ਬਾਗ 'ਚ ਤਾਂ ਹੈ ਨਹੀਂ ਸੀ ਇਹ ਫੁੱਲ, ਵੀ ਇਹ ਬਾਕੀ ਰਾਜਾ ਉੱਥੇ ਹੀ ਗਿਆ ਸੀ ਜਿੱਥੇ ਮੈਂ ਇਹ ਭੇਸ ਵਟਾ ਕੇ ਇਹਦੇ ਘਰੇ ਆਈਆਂ, ਵੀ ਇਹ ਤਾਂ ਕੋਈ ਬਾਕੀ ਹੀ ਉਸ ਪਰੀ ਦਾ ਕੋਈ ਰੂਪ ਆ। ਕਹਿੰਦੀ ਸਿਰ ਫੜ ਕੇ ਪੈ ਗਈ, ਕਹਿੰਦੀ ਇਹ ਫੁੱਲ ਬੜਾ ਨੈਸ਼ ਹੈ, ਇਹਨੂੰ ਜਿੱਥੋਂ ਲੈ ਕੇ ਉੱਥੇ ਹੀ ਸਿੱਟਿਆ। ਹੁਣ ਉਹਨੇ ਪਖੰਡ ਕੀਤਾ, ਜਦ ਕਿ ਉਹ ਸਬਜ਼ ਪਰੀ ਹੈ ਹੀ ਨਹੀਂ ਸੀ। ਹੁਣ ਇਹਦੇ ਵਿੱਚ ਦੱਸਿਆ ਬੇਟਾ ਜਿਹੜੀਆਂ ਪਰੀਆਂ ਸੀ ਉਹ ਆਪਣੇ ਰੂਪ ਵਟਾ ਲੈਂਦੀਆਂ ਸੀ। ਕੁਝ ਦਿਨ ਮਗਰੋਂ ਮੀਰਜ਼ਾਦਾ ਸ਼ਿਕਾਰ ਖੇਡਦਾ ਜੰਗਲ ਵਿੱਚ ਪੁੱਜਾ ਤਾਂ ਉਸਨੇ ਦੇਖਿਆ ਕਿ ਜਿੱਥੇ ਉਸਨੇ ਫੁੱਲ ਸੁੱਟਿਆ ਸੀ ਉਹ ਬੇਟਾ ਫੁੱਲ ਸੁੱਟ ਕੇ ਰਾਜਾ ਮੁੜ ਜਾਂਦਾ। ਉੱਥੇ ਫੁੱਲਾਂ ਦਾ ਇੱਕ ਸੁੰਦਰ ਬਗੀਚਾ ਬਣਿਆ ਹੋਇਆ ਸੀ। ਕੁਝ ਦੇਰ ਉੱਥੇ ਬੈਠਣ ਮਗਰੋਂ ਉਸ ਦੀ ਅੱਖ ਲੱਗ ਗਈ। ਉਸ ਦੇ ਕੰਨਾਂ ਵਿੱਚ ਨੱਚਣ ਦੀ ਆਵਾਜ਼ ਆਉਣ ਲੱਗੀ। ਉਸਨੇ ਦੇਖਿਆ ਕਿ ਬਹੁਤ ਸਾਰੀਆਂ ਪਰੀਆਂ ਨੱਚ ਰਹੀਆਂ ਸਨ। ਜਦੋਂ ਉਹ ਉੱਡਣ ਲੱਗੀਆਂ ਤਾਂ ਇੱਕ ਪਰੀ ਨੇ ਆਪਣੀਆਂ ਸਹੇਲੀਆਂ ਨੂੰ ਕਿਹਾ ਕਿ ਆਦਮਜ਼ਾਦ ਉੱਤੇ ਕਦੇ ਭਰੋਸਾ ਨਹੀਂ ਕਰਨਾ, ਇਹ ਬੜੇ ਧੋਖੇਬਾਜ਼ ਹੁੰਦੇ ਹਨ। ਮੀਰਜ਼ਾਦੇ ਨੇ ਸਬਜ਼ ਪਰੀ ਦੀ ਆਵਾਜ਼ ਪਛਾਣ ਲਈ। ਉਸਨੇ ਪੁੱਛਿਆ ਕਿ ਜੋ ਉਹ ਇੱਥੇ ਹੈ ਤਾਂ ਉਸ ਦੇ ਕੋਲ ਕੌਣ ਰਹਿ ਰਿਹਾ ਹੈ ਜਾਂ ਕੌਣ ਰਹਿ ਰਹੀ ਆ। ਕਹਿੰਦਾ ਜੇ ਤੂੰ ਉਰੇ ਆ ਤਾਂ ਮੇਰੇ ਘਰੇ ਕੌਣ ਹੈ। ਸਬਜ਼ ਪਰੀ ਨੇ ਕਿਹਾ ਕਿ ਉਸ ਦੇ ਪਿੱਛੇ ਆਪਣਾ ਦੇਸ਼ ਅਤੇ ਸੁੱਖ ਚੈਨ ਛੱਡਿਆ ਸੀ। ਉਹ ਹੁਣ ਪਰੀ ਕਹਿੰਦੀ ਹੈ ਮੈਂ ਤੇਰੇ ਪਿੱਛੇ ਆਪਣਾ ਸੁੱਖ ਚੈਨ ਦੇਸ਼ ਮੁਲਕ ਸਭ ਕੁਝ ਛੱਡਿਆ ਸੀ, ਪਰ ਉਹ ਮਾਲਣ ਅਤੇ ਸਬਜ਼ ਪਰੀ ਵਿੱਚ ਫਰਕ ਹੀ ਨਹੀਂ ਸਮਝ ਸਕਿਆ। ਉਹ ਫੁੱਲ ਬਣ ਕੇ ਉਸ ਕੋਲ ਆਈ ਤਾਂ ਉਸਨੇ ਬਾਹਰ ਸੁੱਟ ਦਿੱਤਾ। ਇਹ ਕਹਿ ਕੇ ਉਸਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਈ। ਮੀਰਜ਼ਾਦੇ ਨੂੰ ਬੜਾ ਗੁੱਸਾ ਚੜ੍ਹਿਆ। ਉਸਨੇ ਮਾਲਣ ਨੂੰ ਘਰੋਂ ਕੱਢ ਦਿੱਤਾ ਅਤੇ ਫਿਰ ਉਹ ਸਬਜ਼ ਪਰੀ ਖੁਸ਼ੀ ਰਹਿਣ ਲੱਗੇ। ਸੋ ਫਿਰ ਬੇਟਾ ਇੱਥੇ ਉਹ ਜਿਹੜੀ ਸਬਜ਼ ਪਰੀ ਨੇ ਆਖਰ ਦੇ ਵਿੱਚ ਉਹਨੂੰ ਦੱਸਤਾ ਵੀ ਜਿਹੜੀ ਤੇਰੇ ਘਰੇ ਰਹਿੰਦੀ ਆ ਉਹ ਮਾਲਣ ਆ, ਅਸਲ 'ਚ ਤਾਂ ਮੈਂ ਆ ਸਬਜ਼ ਪਰੀ। ਅਤੇ ਫਿਰ ਉਹਨੇ ਆਖਰ ਦੇ ਵਿੱਚ ਮਾਲਣ ਨੂੰ ਘਰੋਂ ਕੱਢ ਦਿੱਤਾ ਅਤੇ ਪਰੀ ਅਤੇ ਉਹ ਮਹਾਰਾਜਾ ਜਿਹੜਾ ਖੁਸ਼ੀ ਰਹਿਣ ਲੱਗੇ। ਸੋ ਬੇਟਾ ਇਹਦੇ ਵਿੱਚ ਜਦੋਂ ਅਸੀਂ ਇੱਦਾਂ ਦੀਆਂ ਕਹਾਣੀਆਂ ਸੁਣਦੇ ਹਾਂ ਪੜ੍ਹਦੇ ਹਾਂ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਆਪ ਵੀ ਕਾਲਪਨਿਕ ਕਰਦੇ ਹੋ ਕਿ ਇੱਥੇ ਤਾਂ ਇਹ ਗਲਤ ਹੋ ਗਿਆ ਜੀ, ਇਹ ਐਂ ਨਹੀਂ ਐਂ ਹੋ ਸਕਦਾ ਸੀ।
ਸੋ ਸਾਡੀ ਕਲਪਨਾ ਸ਼ਕਤੀ ਨੂੰ ਇਹ ਮਤਲਬ ਰੀਬੂਟਸ ਕਰਦੀਆਂ ਨੇ, ਸਾਡੀ ਕਲਪਨਾ ਸ਼ਕਤੀ ਨੂੰ ਐਨਰਜੀ ਬਖਸ਼ਦੀਆਂ ਨੇ। ਅਸੀਂ ਕਾਲਪਨਿਕ ਦੁਨੀਆ ਦੇ ਵਿੱਚ ਖੋ ਜਾਂਦੇ ਹਾਂ ਅਤੇ ਆਪਣੇ ਵਿਚਾਰ ਘੜਦੇ ਹਾਂ। ਹੁਣ ਤੁਸੀਂ ਇਸ ਕਹਾਣੀ ਦੇ ਵਿੱਚ ਵੀ ਆਪਣੀ ਕਲਪਨਾ ਸ਼ਕਤੀ ਦੇ ਮੁਤਾਬਕ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹੋਵੋਗੇ ਅਤੇ ਬਹੁਤ ਸਾਰੇ ਸਵਾਲ ਜਿਹੜੇ ਇਸ ਕਹਾਣੀ ਦੇ ਵਿੱਚੋਂ ਤੁਸੀਂ ਪੈਦਾ ਵੀ ਕੀਤੇ ਹੋਣਗੇ। ਆਓ ਇਸ ਸਬਜ਼ ਪਰੀ ਕਹਾਣੀ ਦੇ ਨਾਲ ਸੰਬੰਧਿਤ ਵੈਰੀ ਸ਼ਾਰਟ ਪ੍ਰਸ਼ਨ ਪੜ੍ਹਦੇ ਹਾਂ। ਸਬਜ਼ ਪਰੀ ਲੋਕ ਕਥਾ ਕਿਹੜੀ ਵੰਨਗੀ ਦੀ ਕਥਾ ਹੈ? ਉੱਤਰ ਹੈ ਪਰੀ ਕਥਾ। ਰਾਜੇ ਦੇ ਕਿੰਨੇ ਪੁੱਤਰ ਸਨ? 3। ਰਾਜੇ ਦੇ ਕਿੰਨੇ ਪੁੱਤਰ ਵਿਆਹੇ ਹੋਏ ਸਨ? 2। ਰਾਜੇ ਦੇ ਇੱਕ ਕੁਆਰੇ ਪੁੱਤਰ ਦਾ ਨਾਂ ਕੀ ਸੀ? ਉੱਤਰ ਹੈ ਮੀਰਜ਼ਾਦਾ। ਕੌਣ ਮੀਰਜ਼ਾਦੇ ਦਾ ਆਪਣੀ ਭੈਣ ਨਾਲ ਵਿਆਹ ਕਰਨਾ ਚਾਹੁੰਦੀ ਸੀ? ਮੀਰਜ਼ਾਦੇ ਦੀ ਭਰਜਾਈ। ਜਾ ਵੇਖਾਂਗੇ ਜਦੋਂ ਕੋਈ ਸਬਜ਼ ਪਰੀ ਵਿਆਹ ਕੇ ਲਿਆਏਗਾ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਮੀਰਜ਼ਾਦੇ ਨੂੰ ਉਸ ਦੀ ਭਰਜਾਈ ਨੇ। ਮੀਰਜ਼ਾਦੇ ਨੇ ਕਿਸ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ? ਉੱਤਰ ਹੈ ਸਬਜ਼ ਪਰੀ ਨਾਲ। ਮੀਰਜ਼ਾਦੇ ਕਾਹਦੇ ਉੱਤੇ ਚੜ੍ਹ ਕੇ ਸਬਜ਼ ਪਰੀ ਨੂੰ ਲੱਭਣ ਲਈ ਚੱਲ ਪਿਆ? ਘੋੜੇ ਉੱਤੇ। ਉੱਤਰ ਹੈ ਪ੍ਰਸ਼ਨ ਜੰਗਲ ਵਿੱਚ ਮੀਰਜ਼ਾਦੇ ਨੂੰ ਕਿਸ ਨੇ ਫੁਕਾਰੇ ਦੀ ਆਵਾਜ਼ ਸੁਣੀ? ਕਿਹਦੇ ਫੁਕਾਰੇ ਦੀ ਆਵਾਜ਼ ਸੁਣੀ ਸੀ? ਇੱਕ ਵੱਡੇ ਸੱਪ ਦੇ। ਰੁੱਖ ਉੱਤੇ ਕਿਹੜੇ ਪੰਛੀ ਰਹਿੰਦੇ ਸਨ? ਹੰਸ ਅਤੇ ਹੰਸਣੀ। ਕਿਸ ਨੂੰ ਸਬਜ਼ ਪਰੀ ਦੇ ਦੇਸ਼ ਦਾ ਪਤਾ ਸੀ? ਹੰਸ ਨੂੰ। ਮੀਰਜ਼ਾਦਾ ਸਬਜ਼ ਪਰੀ ਦੇ ਦੇਸ਼ ਕਿਸ ਤਰ੍ਹਾਂ ਪੁੱਜਾ? ਹੰਸ ਉੱਤੇ ਬੈਠ ਕੇ। ਮੀਰਜ਼ਾਦੇ ਨੇ ਨਹਾਉਂਦੀਆਂ ਪਰੀਆਂ ਦਾ ਕੀ ਚੁੱਕ ਲਿਆ ਸੀ? ਕੱਢੇ ਹੋਏ ਜਾਂ ਉਤਾਰੇ ਹੋਏ ਖੰਭ। ਕੌਣ ਮੀਰਜ਼ਾਦੇ ਨੂੰ ਦੇਖ ਕੇ ਉਸ ਨਾਲ ਵਿਆਹ ਕਰਾਉਣ ਲਈ ਤਿਆਰ ਹੋ ਗਈ? ਸਬਜ਼ ਪਰੀ। ਸਬਜ਼ ਪਰੀ ਨੇ ਵਿਆਹ ਕਰਾਉਣ ਮਗਰੋਂ ਕਿਹੋ ਜਿਹੇ ਕੱਪੜੇ ਪਾ ਲਏ? ਮਨੁੱਖਾਂ ਵਾਲੇ। ਉਹ ਮਨੁੱਖ ਰੂਪ ਦੇ ਵਿੱਚ ਆ ਗਈ। ਸਬਜ਼ ਪਰੀ, ਮੀਰਜ਼ਾਦਾ ਤੇ ਹੰਸ ਸਮੁੰਦਰ ਪਾਰ ਕਰਦੇ ਕਿਸ ਤਰ੍ਹਾਂ ਵਿਛੜ ਗਏ ਸਨ? ਬੇੜੀ ਦੇ ਡੁੱਬਣ ਕਾਰਨ, ਤੂਫਾਨ ਦੇ ਆ ਜਾਣ ਕਾਰਨ। ਮੀਰਜ਼ਾਦੇ ਤੋਂ ਵਿਛੜੀ ਸਬਜ਼ ਪਰੀ ਨਾਲ ਕਿਸ ਨੇ ਵਿਆਹ ਕਰਵਾਉਣਾ ਚਾਹਿਆ? ਰਾਜੇ ਨੇ। ਸਬਜ਼ ਪਰੀ ਨੇ ਹੰਸ ਨੂੰ ਲੱਭਣ ਲਈ ਛੱਤ ਉੱਤੇ ਹੋਰ ਚੋਗ ਦੇ ਨਾਲ ਕਾਹਦੀ ਢੇਰੀ ਲਾ ਦਿੱਤੀ? ਉੱਤਰ ਹੈ ਸੁੱਚੇ ਮੋਤੀਆਂ ਦੀ। ਹੰਸ ਸਬਜ਼ ਪਰੀ ਨੂੰ ਕਿਸ ਤਰ੍ਹਾਂ ਮਿਲਿਆ? ਸੁੱਚੇ ਮੋਤੀ ਚੁਗਣ ਆਇਆ ਸੀ, ਤਾਂ ਕਰਕੇ ਉਹ ਸਬਜ਼ ਪਰੀ ਨੂੰ ਮਿਲਿਆ ਸੀ। ਮੀਰਜ਼ਾਦਾ ਬੇੜੀ ਦੇ ਡੁੱਬਣ ਮਗਰੋਂ ਕਿੱਥੇ ਜਾ ਪੁੱਜਾ? ਇੱਕ ਭਠਿਆਰਨ ਦੇ ਘਰ। ਹੰਸ ਨੇ ਮੀਰਜ਼ਾਦੇ ਨੂੰ ਕਿੱਥੇ ਲੱਭਿਆ? ਜੰਗਲ ਵਿੱਚ। ਵਿਛੜਨ ਮਗਰੋਂ ਮੀਰਜ਼ਾਦਾ ਸਬਜ਼ ਪਰੀ ਕੋਲ ਕਿਸ ਤਰ੍ਹਾਂ ਪੁੱਜਾ? ਉੱਤਰ ਹੈ ਹੰਸ ਉੱਤੇ ਬੈਠ ਕੇ। ਸਬਜ਼ ਪਰੀ ਨੂੰ ਖੂਹ ਵਿੱਚ ਧੱਕਾ ਕਿਸ ਨੇ ਦਿੱਤਾ? ਉੱਤਰ ਹੈ ਮਾਲਣ ਨੇ। ਮਾਲਣ ਨੇ ਕਿਸ ਵਰਗਾ ਪਹਿਰਾਵਾ ਪਹਿਨ ਲਿਆ? ਹਾਰ ਸ਼ਿੰਗਾਰ ਕਰ ਲਿਆ। ਉੱਤਰ ਹੈ ਸਬਜ਼ ਪਰੀ ਵਰਗਾ। ਪ੍ਰਸ਼ਨ ਨੰਬਰ 25। ਮੀਰਜ਼ਾਦੇ ਦੇ ਪੁੱਛਣ 'ਤੇ ਮਾਲਣ ਬਣੀ ਸਬਜ਼ ਪਰੀ ਨੇ ਆਪਣੇ ਰੰਗ ਰੂਪ ਦੇ ਬਦਲਣ ਦਾ ਕਾਰਨ ਕੀ ਦੱਸਿਆ? ਕਿ ਮੇਰੇ ਸੱਪ ਲੜ ਗਿਆ ਹੈ ਜਾਂ ਮੈਨੂੰ ਸੱਪ ਨੇ ਡੰਗ ਲਿਆ ਹੈ। ਸੱਪ ਦਾ ਡੰਗ। ਮੀਰਜ਼ਾਦੇ ਨੂੰ ਬਾਗ ਦੇ ਖੂਹ ਨੇੜੇ ਕੀ ਦਿਸਿਆ? ਇੱਕ ਸੱਪ। ਸੱਪ ਤੇਜ਼ੀ ਨਾਲ ਕਿੱਧਰ ਚਲਾ ਗਿਆ? ਖੂਹ ਵੱਲ। ਜਦੋਂ ਉਹ ਫੁੱਲ ਦੇਖਿਆ ਉਹਨੇ ਖੂਹ ਵਿੱਚ। ਮੀਰਜ਼ਾਦੇ ਨੇ ਖੂਹ ਵਿੱਚ ਕੀ ਵੇਖਿਆ? ਇੱਕ ਅਲੌਕਿਕ ਫੁੱਲ। ਮੀਰਜ਼ਾਦਾ ਫੁੱਲ ਨੂੰ ਤੋੜ ਕੇ ਕਿੱਥੇ ਪੁੱਜਾ? ਮਹਿਲਾਂ ਵਿੱਚ। ਅਲੌਕਿਕ ਫੁੱਲ ਨੂੰ ਦੇਖ ਕੇ ਮਾਲਣ ਨੇ ਉਸ ਨੂੰ ਕਿਸ ਦਾ ਕੌਤਕ ਸਮਝਿਆ? ਸਬਜ਼ ਪਰੀ ਦਾ। ਮਾਲਣ ਹੁੰਦੀ ਹੈ ਜਿਹੜੀ ਬਾਗ ਦੇ ਵਿੱਚ ਮਾਲੀ ਦੇ ਘਰ ਵਾਲੀ। ਉਹਨੇ ਸੋਚਿਆ ਵੀ ਇਹ ਇੱਕ ਆਮ ਫੁੱਲ ਨਹੀਂ, ਬੜਾ ਅਸਾਧਾਰਨ ਫੁੱਲ ਆ। ਮਾਲਣ ਦੇ ਕਹਿਣ 'ਤੇ ਮੀਰਜ਼ਾਦੇ ਨੇ ਫੁੱਲ ਨੂੰ ਕਿੱਥੇ ਸੁੱਟ ਦਿੱਤਾ? ਤੋੜ ਮਰੋੜ ਕੇ ਜੰਗਲ ਵਿੱਚ। ਜੰਗਲ ਵਿੱਚ ਤੋੜ ਮਰੋੜ ਕੇ ਸੁੱਟੇ ਫੁੱਲ ਦੀ ਥਾਂ ਮੀਰਜ਼ਾਦੇ ਨੇ ਕੀ ਵੇਖਿਆ? ਕਿ ਉੱਥੇ ਜਦੋਂ ਉਹ ਸ਼ਿਕਾਰ ਖੇਡਣ ਗਿਆ ਇੱਕ ਦਿਨ, ਉਹਨੇ ਵੇਖਿਆ ਕਿ ਉੱਥੇ ਇੱਕ ਸੁੰਦਰ ਬਗੀਚਾ ਹੈ। ਬਗੀਚੇ ਕੋਲ ਸੁੱਤੇ ਮੀਰਜ਼ਾਦੇ ਨੂੰ ਕਿਸ ਨੇ ਜਗਾਇਆ? ਉੱਤਰ ਹੈ ਨੱਚਣ ਗਾਉਣ ਦੀ ਆਵਾਜ਼ ਨੇ। ਅੱਗੇ ਕਿਹਨਾਂ ਦੇ ਨੱਚਣ ਗਾਉਣ ਦੀ ਆਵਾਜ਼ ਸੀ? ਉੱਤਰ ਹੈ ਪਰੀਆਂ ਦੇ। ਇੱਕ ਪਰੀ ਨੇ ਸਖੀਆਂ ਨੂੰ ਕਿਹਨਾਂ ਉੱਤੇ ਭਰੋਸਾ ਨਾ ਕਰਨ ਦੀ ਨਸੀਹਤ ਦਿੱਤੀ? ਉੱਤਰ ਹੈ ਆਦਮ ਜਾਤ ਉੱਤੇ।
ਨਸੀਹਤ ਕਰਨ ਵਾਲੀ ਪਰੀ ਕੌਣ ਸੀ? ਉੱਤਰ ਹੈ ਸਬਜ਼ ਪਰੀ। ਮੀਰਜ਼ਾਦੇ ਨੇ ਅਸਲੀਅਤ ਜਾਣ ਕੇ ਕਿਸ ਨੂੰ ਘਰੋਂ ਬਾਹਰ ਕੱਢ ਦਿੱਤਾ? ਉੱਤਰ ਹੈ ਮਾਲਣ ਨੂੰ। ਮੀਰਜ਼ਾਦਾ, ਸਬਜ਼ ਪਰੀ, ਰਾਜਾ, ਮੀਰਜ਼ਾਦੇ ਦੀ ਭਰਜਾਈ, ਘੋੜਾ, ਸੱਪ, ਹੰਸ, ਹੰਸਣੀ, ਪਰੀਆਂ, ਪਠਿਆਰਨ, ਮਾਲਣ, ਫੁੱਲ, ਨੌਕਰ ਚਾਕਰ, ਇਹ ਕਿਹੜੀ ਕਹਾਣੀ ਦੇ ਪਾਤਰ ਹਨ? ਉੱਤਰ ਹੈ ਸਬਜ਼ ਪਰੀ। ਸਬਜ਼ ਪਰੀ ਕਹਾਣੀ ਦਾ ਮੁੱਖ ਪਾਤਰ ਕੌਣ ਹੈ? ਮੀਰਜ਼ਾਦਾ, ਜਾਂ ਅਸੀਂ ਸਬਜ਼ ਪਰੀ ਵੀ ਕਹਿ ਸਕਦੇ ਹਾਂ। ਸੋ ਇਹ ਸੀ ਬੇਟਾ ਸਬਜ਼ ਪਰੀ ਕਹਾਣੀ ਦੇ ਵੈਰੀ ਸ਼ਾਰਟ ਪ੍ਰਸ਼ਨ ਉੱਤਰ। ਅਤੇ ਉੱਪਰ ਅਸੀਂ ਇਸ ਕਹਾਣੀ ਨੂੰ ਕਿਤਾਬ ਦੇ ਅਕੋਰਡਿੰਗ ਘੱਟ ਸ਼ਬਦਾਂ ਵਿੱਚ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਸੋ ਉਮੀਦ ਕਰਦੇ ਹਾਂ ਕਿ ਵਿਦਿਆਰਥੀਆਂ ਨੇ ਇਸ ਕਹਾਣੀ ਨੂੰ ਸ਼ਾਬਦਿਕ ਰੂਪ ਵਿੱਚ ਸੁਣ ਕੇ ਇਸ ਤੋਂ ਬਹੁਤ ਸਾਰੀ ਜਿਹੜੀ ਜਾਣਕਾਰੀ ਆ ਉਹ ਹਾਸਲ ਕੀਤੀ ਹੋਏਗੀ। ਅਤੇ ਜਿਹੜੀ ਉੱਪਰ ਅਸੀਂ ਕਹਾਣੀ ਪੜ੍ਹ ਕੇ ਹਟੇ ਹਾਂ ਨੀਲ ਕਮਲ, ਇਹਦੇ ਵਿੱਚ ਵੀ ਇੱਕ ਸੁਦਾਗਰ ਅਤੇ ਉਸ ਦੀ ਸਮਝਦਾਰ ਬੁੱਧੀਜੀਵੀ ਪਤਨੀ ਦੀ ਕਹਾਣੀ ਅਸੀਂ ਨੇ ਪੜ੍ਹੀ ਹੈ। ਸੋ ਇਹਨਾਂ ਤੋਂ ਬਿਨਾਂ ਅਸੀਂ ਉੱਪਰ ਜਿਹੜੀ ਇਹ ਅਸੀਂ ਪਰੀ ਕਥਾਵਾਂ ਪੜ੍ਹੀਆਂ ਹਨ, ਪਰੀ ਕਥਾਵਾਂ ਨਾਲ ਸੰਬੰਧਿਤ ਜਿਹੜੀ ਮੁੱਖ ਜਾਣਕਾਰੀ ਆ, ਜਿਹੜੀ ਜਾਣ ਪਹਿਚਾਣ ਆ, ਆਪ ਜੀ ਨਾਲ ਸਾਂਝੀ ਕੀਤੀ ਹੈ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਪਰੀ ਕਥਾਵਾਂ ਬਾਰੇ ਬਹੁਤ ਵਧੀਆ ਢੰਗ ਦੇ ਨਾਲ ਜਿਹੜੀ ਜਾਣਕਾਰੀ ਹਾਸਲ ਕੀਤੀ ਗਈ ਹੋਵੇਗੀ ਤੁਹਾਡੇ ਦਿਮਾਗ ਨੇ। ਸੋ ਬੇਟਾ ਇਹ ਜਿਹੜੀਆਂ ਪਰੀ ਕਥਾਵਾਂ ਨੇ ਇਹ ਤੁਹਾਡੀ ਕਲਪਨਾ ਸ਼ਕਤੀ ਨੂੰ ਵੀ ਖੰਭ ਲਾਉਂਦੀਆਂ ਨੇ। ਉਮੀਦ ਕਰਦੇ ਹਾਂ ਤੁਸੀਂ ਭਵਿੱਖ ਵਿੱਚ ਹੋਰ ਬਹੁਤ ਸਾਰੀਆਂ ਪਰੀ ਕਥਾਵਾਂ ਜ਼ਰੂਰ ਪੜ੍ਹੋਗੇ। ਸੋ ਇਹ ਪਰੀ ਕਥਾਵਾਂ ਨੂੰ ਹੋਰ ਗਹਿਰਾਈ ਦੇ ਨਾਲ, ਹੋਰ ਡੂੰਘਾਈ ਦੇ ਨਾਲ ਜਾਣਨ ਲਈ ਤੁਸੀਂ ਆਪਣੀ ਪਾਠ ਪੁਸਤਕ ਵਿੱਚੋਂ ਇਹ ਪਰੀ ਕਥਾਵਾਂ ਜ਼ਰੂਰ ਪੜ੍ਹਨੀਆਂ ਨੇ। ਤੋਂ ਭਵਿੱਖ ਦੇ ਵਿੱਚ ਹੋਰ ਜਾਣਕਾਰੀ ਹਾਸਲ ਕਰਨ ਲਈ ਜੁੜੇ ਰਹੋ ਪੰਜਾਬੀ ਐਜੂਕੇਸ਼ਨ ਚੈਨਲ ਦੇ ਨਾਲ। ਸੋ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ, ਧੰਨਵਾਦ।